वाहिगुरु जी की फतेह है, विघ्न विनाशन सोए। श्री नानक परशुतम परम परावर नाथ, युगल चरण मम वंदना, तर पर कर कर माथ। गुर का शब्द कमाए जिन, जीते पंच विकार। तिन संतन को वंदना, सिर चरणन पर तार। कहाँ पुत्र प्रभु तुच्छ हमारी, बन सकै महिमा जो तिहारी। हम ना सकत कर सिफत तुम्हारी, आप हो तुम कथा सुधारी। सतनाम श्री वाहेगुरु साहिब जी। सतनाम श्री वाहेगुरु। श्री बाला संगर वाच दोहरा, कारण गुरु अवतार को मैं बरम्यो चित लाए। सुनो जम की अब कथा श्री अंगद सुखदाए। वाहिगुरु जी का खालसा, वाहिगुरु जी की फतेह। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਗੁਰ ਕਿਰਪਾਲ ਜਪਏ ਨਾ ਔਗਣ ਸਭ ਛਪੇ। ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਸੱਜ ਮਿਲ ਕੇ ਬੈਠੀ ਸਾਰੀ ਸੰਗਤ ਲਿਤਾ ਪ੍ਰਤੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰਦੀ ਹੈ। ਉਪਰੰਤ ਸ਼ਾਮਾਂ ਦੇ ਦੀਵਾਨ ਦੀ ਜੋ ਮਰਿਆਦਾ ਹੈ, ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੀਰਤਨ ਤੋਂ ਉਪਰੰਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਦਰਬਾਰ ਦੇ ਅੰਦਰ ਸ਼ਾਮਾਂ ਦੇ ਦੀਵਾਨ ਦੇ ਅੰਦਰ ਰੋਜ਼ ਹੁੰਦੀ ਹੈ। ਪਿਛਲੇ ਕੁਝ ਸਮੇਂ ਪਹਿਲਾਂ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਥਾ ਦੀ ਭੋਗ ਪਿਆ ਸੀ। ਹੁਣ ਕੁਝ ਕੁ ਹਫ਼ਤੇ ਤੋਂ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਸ਼ੁਰੂ ਹੋ ਗਈ ਹੈ। ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ 2 ਅਧਿਆਇਆਂ ਦੇ ਅੰਦਰ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਸਭ ਤੋਂ ਪਹਿਲੇ ਉਤਰਾਦ ਅਧਿਆਏ, ਫਿਰ ਪੂਰਬਾਦ ਅਧਿਆਏ। ਉਤਰਾਦ ਅਧਿਆਏ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਵਤਾਰ ਧਾਰਨ ਦੀ ਕਥਾ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਾਲ ਕੌਤਕ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਵਿਆਹ ਤੋਂ ਪਹਿਲਾਂ ਦੇ ਪ੍ਰਸੰਗ ਆਉਂਦੇ ਨੇ। ਉਪਰੰਤ ਫਿਰ ਸੱਚੇ ਪਾਤਸ਼ਾਹ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 13-13 ਕਹਿ ਕੇ ਤੋਲਿਆ। ਉਪਰੰਤ ਉਦਾਸੀਆਂ ਦੀ ਕਥਾ ਮਹਾਰਾਜ ਵੇਈ ਨਦੀ ਦੇ ਅੰਦਰੋਂ ਸੱਚਖੰਡ ਗਏ। ਫਿਰ ਸਤਿਗੁਰਾਂ ਨੇ ਉਦਾਸੀਆਂ ਕੀਤੀਆਂ। ਕਿੱਥੇ ਹਿਮਾਲਿਆ ਦੇ ਪਰਬਤਾਂ ਤੋਂ ਲੈ ਕੇ ਮਹਾਰਾਜ ਧਰੂ ਭਗਤ ਤੱਕ ਸੱਚਖੰਡ, ਮੱਕਾ, ਮਦੀਨਾ, ਬਲਖ, ਬੁਗਾਰ, ਸੱਚੇ ਪਾਤਸ਼ਾਹ ਮਹਾਰਾਜ ਨੇ ਅਫਗਾਨਿਸਤਾਨ, ਮੁਲਤਾਨ, ਸਾਰੀ ਜਗ੍ਹਾ ਦੇ ਉੱਤੇ ਆਪਣੇ ਚਰਨ ਪਾਏ। ਜਿੱਤੀ ਨੌਖੰਡ ਪ੍ਰਿਥਵੀ, ਸੱਚੇ ਪਾਤਸ਼ਾਹ ਮਹਾਰਾਜ ਨੇ ਨੌਖੰਡ ਪ੍ਰਿਥਵੀ ਦਾ ਪੂਰਾ ਚੱਕਰ ਲਗਾਇਆ। ਸਤਨਾਮ ਪੜ ਮੰਤਰ ਸੁਣਾਇਆ, ਸਾਰੀ ਧਰਤੀ ਦੇ ਉੱਤੇ ਵਾਹਿਗੁਰੂ ਮੰਤਰ ਦ੍ਰਿੜ ਕਰਵਾਇਆ। ਇਹ ਜੋ ਪਾਵਨ ਪਵਿੱਤਰ ਕਥਾ ਹੈ ਉਹ ਦਰਬਾਰ ਦੇ ਅੰਦਰ ਸ਼ੁਰੂ ਹੋਈ ਹੈ। ਆਪ ਜੀ ਨੇ ਪਿਛਲੇ ਪ੍ਰਕਰਨਾਂ ਦੇ ਅੰਦਰ ਸਰਵਣ ਕੀਤਾ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਜੋਤੀ ਜੋਤ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਸਮਾਏ ਸੀਗੇ ਤੇ ਸੱਚੇ ਪਾਤਸ਼ਾਹ ਮਹਾਰਾਜ
ਗੁਰਤਾ ਗੱਦੀ ਜਦ ਉਹ ਤਿਲਕ ਸੀ ਉਹ ਪਹਿਲੇ ਹੀ ਬਾਬਾ ਬੁੱਢਾ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਲਵਾ ਕੇ ਦਿੱਤਾ ਤੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਖਡੂਰ ਸਾਹਿਬ ਘੱਲ ਦਿੱਤਾ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ 10 ਅੱਸੂ ਵਾਲੇ ਦਿਨ ਜੋ ਵੀ ਪਿੱਛੇ ਦਿਹਾੜੇ ਨਿਕਲੇ ਨੇ ਉਪਰੰਤ ਫਿਰ ਸਾਰੀ ਸੰਗਤ ਬੇਵਲ ਹੋਈ। ਕਿਹਾ ਗੁਰੂ ਅੰਗਦ ਦੇਵ ਮਹਾਰਾਜ ਤਾਂ ਹੁਣ ਕਿਤੇ ਅਲੋਪ ਹੀ ਹੋ ਗਏ ਨੇ। ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰਤਾ ਗੱਦੀ ਦਾ ਤਿਲਕ ਉਹਨਾਂ ਨੂੰ ਮਿਲਿਆ ਸੀ ਪਰ ਗੁਰੂ ਅੰਗਦ ਦੇਵ ਮਹਾਰਾਜ ਨਜ਼ਰ ਨਹੀਂ ਆਉਂਦੇ। ਸਿਆਣੇ ਸਿੱਖਾਂ ਨੇ ਵਿਚਾਰ ਕੀਤੀ ਕਿ ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਰ ਦਿੱਤਾ ਸੀ ਤਿਲ ਤੋਲੇ ਕਦੇ ਨਾ ਹੋਸਾਂ ਤੇ ਅਸੀਂ ਸਾਰੀ ਸੰਗਤ ਜਾ ਕੇ ਬਾਬਾ ਬੁੱਢਾ ਜੀ ਨੂੰ ਬੇਨਤੀ ਕਰੀਏ ਕਿ ਤੁਸੀਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਭਾਲ ਕਰਵਾਓ। ਬਾਬਾ ਬੁੱਢਾ ਜੀ ਨੇ ਸੋਚਿਆ ਬਈ ਜੇ ਅਸੀਂ ਜਾਣਦੇ ਹਾਂ ਖਡੂਰ ਸਾਹਿਬ ਵਿਖੇ ਆਪਣੀ ਭੂਆ ਦੇ ਘਰ ਸੱਚੇ ਪਾਤਸ਼ਾਹ ਜੀ ਵਿਰਾਗੀ ਹੋ ਗਏ, ਮੌਨ ਧਾਰ ਲਿਆ, ਹੁਣ ਪ੍ਰਗਟ ਨਹੀਂ ਹੋ ਰਹੇ, ਪਰ ਸੰਗਤ ਦੇ ਅੰਦਰ ਸੰਗਤ ਦਾ ਵੀ ਬਚਨ ਮੰਨਣਾ ਜ਼ਰੂਰੀ ਹੈ ਪਰ ਆਪਣੀ ਕਰਾਮਾਤ ਵੀ ਨਹੀਂ ਦਿਖਾਉਣੀ। ਫਿਰ ਉੱਥੇ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਾਪ ਕਰਦੇ ਹੋਏ ਗੁਰੂ ਨਾਨਕ ਸਾਹਿਬ ਨੂੰ ਧਿਆਨ ਕਰਦੇ ਹੋਏ ਇੱਕ ਘੋੜੀ ਨੂੰ ਮੂਹਰੇ ਲਾਇਆ ਗਿਆ। ਘੋੜੀ ਰਸਤਾ ਦੱਸੇਗੀ। ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲ ਖਡੂਰ ਸਾਹਿਬ ਨਗਰ ਪਹੁੰਚੇ। ਉੱਥੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਜੀ ਨੇ ਮਾਤਾ ਭਰਾਈ ਦੇ ਘਰੋਂ ਸਤਿਗੁਰਾਂ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕੀਤਾ ਤੇ ਮਹਾਰਾਜ ਨੇ ਪਹਿਲਾਂ ਹੀ ਬਚਨ ਉਚਾਰਨ ਕੀਤਾ ਸੀ ਗੁਰੂ ਅੰਗਦ ਦੇਵ ਜੀ ਨੇ ਜਿਸ ਪਿਆਰੇ ਸਿਉ ਨੇਹੋ ਜਿਸ ਆਗਾ ਮਰ ਚੱਲੀਐ ਧਰਿਕ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨ। ਇਹ ਗੁਰੂ ਅੰਗਦ ਦੇਵ ਮਹਾਰਾਜ ਪਹਿਲੀ ਵਾਰੀ ਤਖਤ ਸਜਾ ਕੇ ਖਡੂਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਨੇ ਬਿਠਾਇਆ ਤੇ ਗੁਰਤਾ ਗੱਦੀ ਦੇ ਸੁਭਾਇਮਾਨ ਹੋਏ। ਸਾਰੀ ਸੰਗਤ ਨੇ ਖੁਸ਼ੀ ਮਨਾਈ ਤੇ ਇੱਕ ਦਿਨ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਕੀਰਤਨ ਸੁਣ ਰਹੇ ਸੀ। ਉਧਰੋਂ ਰਾਏ ਭੋਏ ਦੀ ਤਲਵੰਡੀ ਤੋਂ ਭਾਈ ਬਾਲਾ ਜੀ ਜੋ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਲ ਸਖਾਈ ਮਿੱਤਰ ਸੀ, ਉਮਰ ਦੇ ਅੰਦਰ 3 ਸਾਲ ਛੋਟੇ ਸੀ ਸਤਿਗੁਰਾਂ ਤੋਂ। ਗੁਰੂ ਨਾਨਕ ਦੇਵ ਜੀ ਦਾ ਜਨਮ 1526 ਬਿਕਰਮੀ 1469 ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਸੀ ਤੇ ਉਧਰੋਂ ਭਾਈ ਬਾਲਾ ਜੀ ਦਾ ਜਨਮ ਸੀਗਾ ਉਹ 1529 ਵਿਕਰਮੀ ਦਾ ਸੀਗਾ। ਤੇ ਉਹਨਾਂ ਨੇ ਸੋਚਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਿਨਾਂ ਬਹੁਤ ਵੈਰਾਗੀ ਮਨ ਹੋਇਆ ਪਿਆ, ਸਤਿਗੁਰਾਂ ਦੀ ਦੂਸਰੀ ਜੋਤ ਦੇ ਦਰਸ਼ਨ ਕਰਕੇ ਆਈਏ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਭਾਈ ਬਾਲਾ ਸੰਧੂ ਜੀ ਜੋ ਕਿ ਸੰਧੂ ਗੋਤ ਦੇ ਸਨ, ਜੱਟ ਬਰਾਦਰੀ ਤੋਂ ਸਨ, ਆ ਕੇ ਦਰਸ਼ਨ ਕੀਤੇ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਦੇਖਿਆ ਗੁਰੂ ਅੰਗਦ ਦੇਵ ਜੀ ਸਮਾਧੀ 'ਚ ਬੈਠੇ ਨੇ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਾਧੀ 'ਚ ਬੈਠਿਆਂ ਦੇਖ ਕੇ ਭਾਈ ਬਾਲਾ ਜੀ ਦਰਬਾਰ ਦੇ ਅੰਦਰ ਸਜ ਗਏ ਤੇ ਗੁਰੂ ਅੰਗਦ ਦੇਵ ਜੀ ਨੇ ਜਦੋਂ ਆਪਣੇ ਪਾਵਨ ਪਵਿੱਤਰ ਨੇਤਰ ਕੁਛ ਦੇਰ ਬਾਅਦ ਖੋਲ੍ਹੇ ਤੇ ਉੱਥੇ ਦੇਖਿਆ ਸਾਹਮਣੇ ਭਾਈ ਬਾਲਾ ਜੀ ਬੈਠੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਵਿਰਾਗ ਵਿੱਚ ਆ ਗਏ, ਨੇਤਰਾਂ 'ਚੋਂ ਜਲ ਆਇਆ। ਕਿਹਾ ਸਾਡੇ ਵੱਡੇ ਗੁਰਦੇਵ ਗੁਰੂ ਨਾਨਕ ਦੇਵ ਜੀ ਦੇ ਸਹਿਪਾਠੀ ਸਹਿਮਿੱਤਰ ਭਾਈ ਬਾਲਾ ਜੀ ਆਏ ਨੇ ਤੇ ਸਤਿਗੁਰਾਂ ਨੇ ਉੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਵੀ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕੋਈ ਇਤਿਹਾਸ ਸੁਣਾਓ, ਸਾਨੂੰ ਦੱਸੋ ਮਹਾਰਾਜ ਦਾ ਜਨਮ ਕਦੋਂ ਹੋਇਆ ਸੀਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੌਤਕਾਂ ਦੇ ਬਾਰੇ ਵਿਸ਼ੇਸ਼ ਕਰਕੇ ਖੋਲ੍ਹ ਕੇ ਦੱਸੋ। ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜਿਉ, ਹਰ ਕੀ ਹਰ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਬਲ ਗੁਰ ਕੋ ਬਲ ਜਾਈਆਂ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਸੁਣਨ ਦੀ ਜਦੋਂ ਇੱਛਾ ਮੂਹਰੇ ਰੱਖੀ, ਭਾਈ ਬਾਲਾ ਜੀ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਭੌਰੇ ਸੀਗੇ। ਕਿਹਾ ਮਹਾਰਾਜ ਤੁਹਾਡੇ ਤੋਂ ਕੋਈ ਵੀ ਗੱਲ ਲੁਕੀ ਨਹੀਂ ਹੈ, ਤੁਸੀਂ ਅੰਤਰਯਾਮੀ ਹੋ,
ਕੋਈ ਵੀ ਸੰਸਾਰ ਦੇ ਉੱਤੇ, ਬ੍ਰਹਿਮੰਡ ਦੇ ਉੱਤੇ ਕੋਨਾ ਨਹੀਂ ਜਿਸ ਦੀ ਤੁਹਾਨੂੰ ਗਿਆਨ ਨਾ ਹੋਵੇ। ਤੁਸੀਂ ਤਾਂ ਸ਼ੁੱਧ ਚੇਤਨ ਬ੍ਰਹਮ ਆਤਮਾ ਸਰੂਪ, ਜੋਤ ਸਰੂਪ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੋ। ਅਸੀਂ ਤੁਹਾਨੂੰ ਕੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਦੱਸ ਸਕਦੇ ਹਾਂ, ਸਾਡੀ ਸਮਰੱਥਾ ਨਹੀਂ। ਪਰ ਮਹਾਰਾਜ ਇੱਕ ਬੇਨਤੀ ਹੈ ਵੀ ਤੁਸੀਂ ਸਾਨੂੰ ਹੁਕਮ ਲਾਇਆ, ਤੁਹਾਡਾ ਹੁਕਮ ਮੋੜਨ ਦਾ ਵੀ ਸਿੱਖ ਦਾ ਕੰਮ ਨਹੀਂ। ਮੈਂ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਾਰੀ ਕਥਾ ਸੁਣਾ ਸਕਦਾ, ਪਰ ਜੋ ਜਨਮ ਤੋਂ ਪਹਿਲਾਂ ਦੀ ਕਥਾ ਹੈ, ਕਿਉਂਕਿ ਮਹਾਰਾਜ ਮੇਰੇ ਤੋਂ ਵੱਡੇ ਸੀਗੇ 3 ਸਾਲ, ਮੈਨੂੰ ਜਨਮ ਦੀ ਉਹਨਾਂ ਦੀ ਜੋ ਕਥਾ ਹੈ ਸ਼ੁਰੂ ਦੇ ਪਹਿਲੇ 2-3 ਸਾਲ ਉਹ ਨਹੀਂ ਪਤਾ। ਉਹ ਵੀ ਪਤਾ ਲੱਗ ਸਕਦੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਤਾਂ ਚੜ੍ਹਾਈ ਕਰ ਗਏ ਨੇ, ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਵੀ ਚੜ੍ਹਾਈ ਕਰ ਗਏ ਨੇ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਾਚਾ ਜੀ ਭਾਈ ਲਾਲੂ ਜੀ ਉਹ ਅਜੇ ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਵਸਦੇ ਨੇ। ਤੇ ਉਹਨਾਂ ਦੇ ਕੋਲ ਪੰਡਤ ਹਰਦਿਆਲ ਜੀ ਦੀ ਲਿਖੀ ਹੋਈ ਉਹ ਪੱਤਰਿਕਾ, ਉਹ ਜਨਮ ਪੱਤਰੀ ਹਜੇ ਵੀ ਪਈ ਹੈ, ਜੋ ਉਹਨਾਂ ਦੇ ਪਿਤਾ ਜੀ ਨੇ ਤਿਆਰ ਕਰਵਾਈ ਸੀ। ਜੇ ਉਹ ਸਾਨੂੰ ਪ੍ਰਾਪਤ ਹੋ ਜਾਵੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਦੇ ਬਾਰੇ ਵੀ ਸਾਰੀ ਕਥਾ ਪਤਾ ਲੱਗ ਸਕਦੀ ਹੈ। ਤੇ ਉਹ ਪੱਤਰੀ ਕੋਈ ਵਿਦਵਾਨ ਪੰਡਤ ਪੜ੍ਹ ਕੇ ਸੁਣਾਵੇ ਤੇ ਗੁਰੂ ਨਾਨਕ ਦੇਵ ਜੀ ਦਾ ਪਹਿਲੇ 3 ਵਰ੍ਹਿਆਂ ਦਾ ਇਤਿਹਾਸ ਵੀ ਸਾਰਾ ਤੇ ਹੋਰ ਵੀ ਕਾਫੀ ਗੱਲਾਂ ਉਸ ਪੱਤਰੀ ਨੂੰ ਪਤਾ ਲੱਗ ਸਕਦੀਆਂ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਦੋਂ ਐਸੀ ਦੱਸ ਪਾਈ, ਭਾਈ ਬਾਲੇ ਗਿਆ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ ਵੀ ਛੇਤੀ ਕਰਕੇ ਭਾਈ ਬਾਲਾ ਜੀ ਤੁਸੀਂ ਜਾਓ, ਮੈਂ ਤਾਂ ਕਲਿਆਣ ਦਾਸ ਜੀ ਦੇ ਛੋਟੇ ਭਰਾਤਾ ਚਾਚਾ ਲਾਲੂ ਜੀ ਕੋਲ ਉਹ ਪੱਤਰੀ ਲੈ ਕੇ ਆਓ, ਜਿਸ ਦੇ ਅੰਦਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਸਾਰਾ ਇਤਿਹਾਸ ਲਿਖਿਆ ਹੈ, ਜਿਸ ਨੂੰ ਪੜ੍ਹ ਕੇ ਸਾਨੂੰ ਉਹਨਾਂ ਦੇ ਜਨਮ ਦੇ ਬਾਰੇ ਬਹੁਤ ਕੁਝ ਇਤਿਹਾਸ ਦੀ ਜਾਣੂ ਹੋ ਸਕਦੇ ਹਾਂ ਤੇ ਅਸੀਂ ਉਹਨਾਂ ਦੀ ਪੱਤਰੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਭਾਈ ਬਾਲਾ ਜੀ ਦੇ ਨਾਲ ਇੱਕ ਸਿੱਖ ਭੇਜਿਆ ਮਹਾਰਾਜ ਨੇ ਤੇ ਚਾਚਾ ਲਾਲੂ ਜੀ ਦੇ ਕੋਲ ਰਾਏ ਭੋਏ ਕੀ ਤਲਵੰਡੀ ਵਿਖੇ ਪਹੁੰਚੇ। ਜਦੋਂ ਰਾਏ ਭੋਏ ਦੀ ਤਲਵੰਡੀ ਵਿਖੇ ਭਾਈ ਬਾਲਾ ਜੀ ਦੇ ਕੋਲ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਭੇਜੇ, ਭਾਈ ਬਾਲਾ ਜੀ ਚਾਚਾ ਲਾਲੂ ਜੀ ਕੋਲ ਪਹੁੰਚੇ, ਜਾ ਕੇ ਪ੍ਰੇਮ ਦੇ ਨਾਲ ਮਿਲੇ ਤੇ ਚਾਚਾ ਲਾਲੂ ਜੀ ਨੇ ਪੁੱਛਿਆ ਵੀ ਗੁਰਤਾ ਗੱਦੀ ਦੇ ਉੱਤੇ ਬਾਬਾ ਸ਼੍ਰੀ ਚੰਦ ਜੀ ਦਾ ਈਰਖਾ ਰੱਖਦੇ ਰਹੇ, ਉਹਨਾਂ ਦੀ ਜਗ੍ਹਾ ਤੇ ਗੁਰੂ ਅੰਗਦ ਦੇਵ ਜੀ ਨੂੰ ਬਿਠਾਇਆ ਸੀ, ਉਹਨਾਂ ਦਾ ਕੀ ਹਾਲ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਾਰੀ ਵਾਰਤਾ ਚਾਚਾ ਲਾਲੂ ਜੀ ਨੂੰ ਦੱਸੀ ਭਾਈ ਬਾਲਾ ਜੀ ਨੇ, ਬਈ ਮੈਨੂੰ ਉਹਨਾਂ ਨੇ ਘੱਲਿਆ ਤੁਹਾਡੇ ਕੋਲ, ਗੁਰੂ ਨਾਨਕ ਸਾਹਿਬ ਦੀ ਪੱਤਰੀ ਘਰੋਂ ਲੱਭਣ ਆਏ ਆ, ਜੇ ਆਪ ਜੀ ਇਜਾਜ਼ਤ ਦਿਓ ਤਾਂ ਉਹ ਪੱਤਰੀ ਦੇ ਸਤਿਗੁਰੂ ਦਰਸ਼ਨ ਕਰਨਾ ਚਾਹੁੰਦੇ ਨੇ। ਚਾਚਾ ਲਾਲੂ ਜੀ ਨੇ ਆਪਣੇ ਆਪ ਨੂੰ ਬੜਾ ਵਡਭਾਗਾ ਜਾਣਿਆ ਤੇ ਨਾਲ ਉਹ ਸਿੱਖ ਤੇ ਭਾਈ ਬਾਲਾ ਜੀ ਪੱਤਰੀ ਲੱਭਣ ਲੱਗ ਪਏ। 1 ਦਿਨ ਬੀਤ ਹੋ ਗਿਆ, 2 ਦਿਨ ਬੀਤ ਹੋ ਗਏ, ਪੱਤਰੀ ਨਾ ਲੱਭੀ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਅਰਦਾਸ ਕੀਤੀ, 5ਵੇਂ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਨਮ ਪੱਤਰੀ ਲੱਭ ਪਈ ਤੇ ਉਹ ਪੱਤਰੀ ਦੇ ਨਾਲ 5 ਪੈਸੇ ਨਾਰੀਅਲ ਦੇ ਕੇ ਮੱਥਾ ਟੇਕਿਆ ਚਾਚਾ ਲਾਲੂ ਜੀ ਨੇ ਤੇ ਕਿਹਾ ਮੇਰਾ ਮੱਥਾ ਗੁਰੂ ਅੰਗਦ ਦੇਵ ਜੀ ਨੂੰ ਟੇਕਣਾ ਤੇ ਬੋਲਣਾ ਮੈਂ ਆ ਨਹੀਂ ਸਕਦਾ, ਮੇਰਾ ਸਰੀਰ ਬਹੁਤ ਬਿਰਧ ਹੈ, ਪਰ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ ਬਈ ਆਹ ਜਿਹੜੀ ਭੇਟਾ ਹੈ ਗੁਰੂ ਨਾਨਕ ਦੇਵ ਜੀ ਦੀ ਬਹੁਤ ਸੰਭਾਲ ਕੇ ਰੱਖਣ ਤੇ ਇਸ ਦੇ ਨਾਲ ਜੋ ਵੀ ਗ੍ਰੰਥ ਤਿਆਰ ਹੋਣਗੇ ਉਹਦੀ ਕਥਾ ਮੇਰੇ ਤੱਕ ਵੀ ਜ਼ਰੂਰ ਕੋਈ ਨਾ ਕੋਈ ਸਿੱਖ ਸੁਣਾਉਣ ਆਵੇ। ਐਸਾ ਫੁਰਨਾ ਕਰਕੇ ਭਾਈ ਬਾਲਾ ਜੀ ਉਹ ਪੱਤਰੀ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲ ਗੁਰਦੁਆਰਾ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਵਿਖੇ ਪਹੁੰਚੇ। ਜਦੋਂ ਖਡੂਰ ਸਾਹਿਬ ਵਿਖੇ ਉਹ ਪੱਤਰੀ ਲੈ ਕੇ ਪਹੁੰਚੇ, ਜਦੋਂ ਪੱਤਰੀ ਖੋਲੀ ਤੇ ਉਹ ਸੰਸਕ੍ਰਿਤ ਭਾਸ਼ਾ ਦੇ ਅੰਦਰ ਲਿਖੀ ਹੋਈ ਕਠੋਰ ਸੰਸਕ੍ਰਿਤੀ ਦੇ ਅੰਦਰ ਲਿਖੀ ਸੀਗੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਦੋਂ ਪੱਤਰੀ ਖੋਲੀ ਤੇ ਗੁਰੂ ਅੰਗਦ ਦੇਵ ਜੀ ਮੁਸਕਰਾ ਪਏ, ਕਿਹਾ ਭਾਈ ਬਾਲਾ ਜੀ ਪੜ੍ਹ ਕੇ ਸੁਣਾਓ। ਭਾਈ ਬਾਲੇ ਨੇ ਕਿਹਾ ਮਹਾਰਾਜ ਇਸ ਨੂੰ ਪੜ੍ਹਨ ਦੇ ਲਈ ਸਾਨੂੰ ਪੈੜਾ ਮੌਕਾ ਇੱਕ ਸਿੱਖ ਹੈ ਗੁਰੂ ਘਰ ਦਾ, ਉਹ ਇਸ ਪੱਤਰੀ ਨੂੰ ਪੜ੍ਹ ਕੇ ਸਾਨੂੰ ਸੁਣਾ ਸਕਦੇ ਨੇ।
फिर उन्होंने लैन गए। वो पत्री जो सारी पढ़ के जो सुनाई, गुरु अंगद देव महाराज बहुत खुश होए। तो जदों पत्री पढ़ के सुना रहे सीगे, गुरु अंगद देव महाराज जी ने अपने नेत्र बंद कर ले। सच्चे पातशाह मन बैराग भया, दर्शन देखने का चाओ। गुरु अंगद देव महाराज जी बैरागी हो गए, नेत्र खुले ना सतगुरा ने प्रेम करके हिरदा गदगद हो गया। ते सारी संगत भी बैठी कथा सुन रही है। बेअंत सिखां का जिक्र आता है श्री नानक प्रकाश ग्रंथ के अंदर। बाबा बुढ़ा जी भी कथा सुन रहे सी, भाई पैड़ा मुखा जी, भाई बाला जी ते भाई बल्लू जी। गुरु अमरदास महाराज भी जब तीरथ इशनानी सन, उस जगह के उत्ते कथा सुनने के लिए कई बार जिक्र आया है। गुरु नानक देव जी की कथा सुनने के लिए बाबा अमरदास जी भी अपने जत्थे के नाल उत्थे आउंदे रहे। सदों गुरु अंगद देव महाराज जी ने फिर सारी कथा भाई बाले तो साखी भाई बाले केवल एक ग्रंथ तैयार होया, जो सारा ही ग्रंथ गुरु नानक देव महाराज जी के अवतार तो लैके ज्योति जोत के गुरु अंगद देव जी के गुरता गद्दी का इतिहास सीगा। वो सारा एको ग्रंथ के अंदर तैयार करवा के साखी भाई बाले की वाली गुरु अंगद देव जी ने तैयार करवाई। दूसरी साखी भाई बाले की दी एक बाबा मेहरबान जी ने भी लिखी है। गुरु अर्जन देव महाराज जी के वड्डे भराता बाबा बिरथी चंद के पुत्र ने, वो भी सानू एक पुरातन स्त्रोत मिलता है। गुरु नानक देव जी की साखी उन्होंने भी लिखी है, पर वो पंथ के अंदर प्रचलित नहीं हो पाई, क्योंकि बाबा बिरथी चंद को मीणिया च गिणिया गया, मीणिए पंथ तो छेके गए, तो वो साखी वाली प्रचलित ना हो सकी। एक साखी शहीद भाई मणि सिंह जी ने भी लिखी, जो कि भाई वीर सिंह साहित्य सदन दिल्ली वालिया ने छापी भी है, उन्होंने पोथी मिल जाती है। उसके अंदर भी गुरु नानक देव महाराज जी का इतिहास है। ते चौथा साढ़े कोल स्त्रोत है सब तो वड्डा महान श्री नानक प्रकाश ग्रंथ, जो कि कविराज भाई संतोख सिंह जी ने बूढ़िया नगर यमुना नगर दे विच बैठ के लिखिया सीगा। कविराज भाई संतोख सिंह जी को कैथल के राजे ने अपने पिंड के अंदर बुला के बहुत धन दे के कहा सीगा, इस हवेली के अंदर रहो ते सारा इतिहास लिखो। कविराज भाई संतोख सिंह जी ने जो पहला नानक प्रकाश ग्रंथ है वो बूढ़िया नगर के अंदर लिखिया सी, ते दूसरा श्री गुरु प्रताप सूरज ग्रंथ कैथल नगर के अंदर लिखिया सी, कैथल राजे की हवेली के अंदर। वो हवेली अज भी सिख पंथ को प्राप्त नहीं हो सकी। साडी यह लगा लो भी प्रबंध के अंदर ढिल सी, असी वो हवेली अज तक खरीद नहीं सके। जिथे भाई कवि संतोख सिंह जी ने सारा इतिहास लिखिया है। अज गोरियां दे विलियम शेक्सपीयर ने कुछ सत्तर लिखिया ने, उत्थे हज़ारां लखां डॉलर ही चढ़ जाते हैं, पर अंग्रेज वो चीज़ विकण नहीं देंगे। हिंदुओं के भी होर कई स्थान ने जिथे उन्होंने विद्वानों ने ग्रंथ लिखे, उत्थे बड़ी सेवा संभाल होती है। पर साडे सिख पंथ के अंदर यह कमजोरी रही है, जिथे साडे विद्वानों ने पावन पवित्र गुरुओं का इतिहास लिखा, अज भी वो जगह साडे कोल नहीं, जिसकी कथा हर गुरुद्वारे के अंदर होंदी है। हर सिख सुनता इतिहास का इको एक पुरातन स्त्रोत है श्री गुरु प्रताप सूरज ग्रंथ। होर भी कई स्त्रोत ने, महिमा प्रकाश है, गोयर सिंह कलाल जी का गुरबिलास पातशाही 10वीं है, गुरबिलास पातशाही 6वीं है। उन्होंने अंदरों ही पुरातन स्त्रोत कविराज भाई संतोख सिंह जी का भी नानक प्रकाश ग्रंथ है। तो इसकी सेवा संभाल भी जरूरी है। सो रहो विचार कविराज भाई संतोख सिंह जी के जो गुरु होए ने, जिन्होंने उन्होंने विद्या दान दी, वो ने दमदमी टकसाल के 7वें मुखी ज्ञानी संत सिंह जी। ज्ञानी संत सिंह जी श्री हरमंदर साहब दरबार साहब के मुख ग्रंथी रहे, जिन्होंने महाराजे रंजीत सिंह को कहा सी भी दरबार साहब से सोना लगवाओ। उन्होंने विद्यार्थी सी निर्मले पंथ के महान विद्वान कविराज भाई संतोख सिंह जी।
जिन्हां ने होर भी बेअंत ग्रंथ लिखे ने, जिन्हां चों सिरमौर सिख पंथ दे अंदर श्री गुरु प्रताप सूरज ग्रंथ है ते श्री नानक प्रकाश ग्रंथ है। एक जपजी साहब का टीका भी किया है कविराज भाई संतोख सिंह जी ने, जिहदी अर्थ बहुत वधिया ने। उसका नाम है गर्भगंजनी टीका, वो भी छपया मिलता है। उसके अर्थ भी जपजी साहब के बहुत सुंदर भाई साहब ने किए ने। सो कविराज भाई संतोख सिंह जी ने यह पावन पवित्र ग्रंथ की कथा 2 अध्यायों के अंदर उत्तराध अध्याय के पूर्वाध अध्याय के अंदर इस ग्रंथ की अंकित की है। ते जदों गुरु अंगद देव महाराज जी कथा सुन रहे थे, बिस्माद हो जाना, ते सारी कथा भाई बाला जी ने सुनाई बई किस तरह असी नगरां दे अंदर विचरते रहे, जंगलों के अंदर भुखे प्यासे महाराज नानक मता किथे किथे कश्मीर पहाड़ियाँ सुमेर पर्वत आकाश मंडल के अंदर ध्रुव तारे तक किते किते तक असी गए। वो सारी गल भाई बाला जी ने गुरु नानक देव जी को लिखवाई। भाई पैड़े मुखे नूं लिखारी लगवा के गुरु अंगद देव जी ने लिखी खडूर साहिब की धरती पे। सो वो सारे इतिहास का उलत्था है श्री नानक प्रकाश ग्रंथ। कविराज भाई संतोख सिंह जी अज के प्रकरण के अंदर लिख रहे हैं भी जो सारी पत्रिका मिली गुरु अंगद देव जी ने इतिहास लिखवाना शुरू किया, तो अज के दीवान के अंदर कथा आ रही है भी किस तरह गुरु नानक देव महाराज सच्चे पातशाह जी का अवतार होने तो पहले की की वारता है। क्योंकि भट्टा ने अपने सवैया के अंदर लिखा एक मन पुरख ध्याए बरदाता, संत सहार सदा बख्याता, दास चरण लै हृदय बसावो, तो परम गुरु नानक गुण गाऊं। गावो गुण परम गुरु सुख सागर, दुर्त निवारण शब्द सरे, गावै गंभीर धीर मत सागर, जोगी जंगम ध्यान धरे, गावह इंद्राद भगत प्रहलादिक, आत्म रस जिन जानियो, कब कल सुजस गावो गुरु नानक, राज जोग जिन मानियो। गुरु नानक देव महाराज जी ने धरती के उत्ते राज जोग किया है। सच्चे पातशाह जी ने इतनी भारी वड्याई सी कि गुरु नानक देव महाराज जी तो वड्डा कोई पीर पैगंबर नहीं होया। कोई 2 कला लैके, कोई 4 कला लैके, कोई 12 कला लैके, सब तो ज़्यादा धरती के उत्ते जो अवतार होए वो भगवान कृष्ण 16 कला लैके धरती ते आए। पर गुरु नानक देव महाराज जी अनक कला लैके सर्व कला समर्थ बन के धरती के अवतार धारिया जोत स्वरूप हो के। जोत रूप हर आप गुरु नानक कहायो, निरंकार आकार जोत जग मंडल छायो। सच्चे पातशाह महाराज जोत स्वरूप गुरु नानक देव जी ने धरती के अवतार धारिया। ते गुरु अंगद देव महाराज जी ने दसिया भाई गुरु नानक देव महाराज जी की जो पूर्वली कथा है वो भी कविराज भाई संतोख सिंह जी ने लिखी है। तुसी पिछले प्रकरणा ज्ञानी जी पासों सरवण की होनी सारी कथा, जिसके अंदर कलयुग पुकार करता धरती भी महाराज कलमल होई मेदनी। जिहड़ी धरती सीगी वो कहती महाराज सतयुग के अंदर मेरे 4 पैर सीगे, त्रेते के अंदर मेरे 3 पैर रह गए, दुआपर के अंदर 2 पैर रह गए, हुण कलयुग के अंदर मेरा 1 पैर रह गया। मेरे तो धरती का भार चुकया नहीं जाता। सच्चे पातशाह कृपा करो मेरे उत्ते भी धरती के परमेश्वर तुसी आप जन्म धारो। फिर परमेश्वर ने गुरु नानक साहब महाराज जी को हुक्म किया, उन्होंने धरती के उत्ते अवतार धारिया। भाई गुरदास जी ने अपनी वारां के अंदर बहुत सुंदर लिखा है। भाई गुरदास जी लिखते ने रेत अक आहार कर, रोड़ा की गुर करी विछाई। सच्चे पातशाह गुरु नानक देव जी ने रेत खा के अक खा के गुरुद्वारा रूड़ी साहब विखे बेअंत तप किया धरती के उत्ते। भारी करी तपस्या वड्डे भाग हरस्यो बन आई। बड़े वड्डे भाग होए धरती के उत्ते। गुरु नानक देव जी ने बहुत भारी तप करके धरती ते अवतार धारिया। भारी करी तपस्या वड्डे भाग हरस्यो बन आई।
ਤੇ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਤੇ ਗੁਰੂ ਨਾਨਕ ਦੇਵ ਜੀ ਦੇ ਅੰਦਰ ਕੋਈ ਭੇਦ ਨਹੀਂ ਰਹਿ ਗਿਆ। ਅਕਾਲ ਪੁਰਖ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਵੀ ਅਸੀਂ ਪਰਮੇਸ਼ਵਰ ਹਾਂ, ਤੁਸੀਂ ਗੁਰ ਪਰਮੇਸ਼ਵਰ ਹੋ। ਤੁਸੀਂ ਧਰਤੀ ਦੇ ਉੱਤੇ ਗੁਰੂ ਪਰਮੇਸ਼ਵਰ ਹੋ ਕੇ ਆਓਗੇ, ਦਸਾਂ ਜਾਮਿਆਂ ਦੇ ਅੰਦਰ ਤੁਸੀਂ ਕੌਤਕ ਕਰੋਗੇ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਇੱਕ ਜਗ੍ਹਾ ਲਿਖਦੇ ਨੇ, ਤਾਰੇ ਗਿਨੇ ਜਾਤ ਹੈ ਤੇਰੇ ਤਾਰੇ ਨਾ ਗਿਨਾਤ ਹੈ। ਕੋਈ ਆਸਮਾਨ ਦੇ ਤਾਰੇ ਤਾਂ ਸ਼ਾਇਦ ਗਿਣ ਲਵੇ, ਪਰ ਗੁਰੂ ਨਾਨਕ ਦੇਵ ਜੀ ਤੁਹਾਡੇ ਤਾਰੇ ਜੋ ਸਿੱਖ ਨੇ ਨਾ, ਉਹ ਕੋਈ ਨਹੀਂ ਗਿਣ ਸਕਦਾ। ਵੱਡੇ ਭਾਗ ਹਰਸਿਓ ਬਣ ਆਈ, ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਗੁਰੂ ਨਾਨਕ ਦੇਵ ਜੀ ਸੱਚਖੰਡ ਤੋਂ ਆਏ, ਨੌ ਨਿਧ ਨਾਮ ਗਰੀਬੀ ਲੈ ਕੇ ਮਹਾਰਾਜ ਨੇ ਧਰਤੀ ਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦਾ ਸਿਧਾਂਤ ਦਿੱਤਾ। ਤੇ ਉਹਨਾਂ ਦੇ ਅਵਤਾਰ ਤੋਂ ਪਹਿਲਾਂ ਜੋ ਨਨਕਾਣੇ ਦੇ ਅੰਦਰ, ਰਾਏ ਭੋਏ ਦੀ ਤਲਵੰਡੀ ਦੇ ਅੰਦਰ ਵਾਤਾਵਰਣ ਬਣ ਰਿਹਾ, ਉਹ ਵਾਤਾਵਰਣ ਦੀ ਬਹੁਤ ਸੁੰਦਰ ਲੇਖਾਬੰਦੀ ਕੀਤੀ ਹੈ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ, ਜੋ ਬਾਲਾ ਸੰਧੁਰ ਜੀ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਗੁਰਦੁਆਰਾ ਮਾਲਕਾੜਾ ਸਾਹਿਬ ਵਿੱਚ। ਉਹ ਕਥਾ ਸਰਵਣ ਕਰਨ ਦੇ ਲਈ ਮਨਚਿਤ ਬਿਰਤੀਆਂ ਇਕਾਗਰ ਕਰੀਏ, ਰਸਨਾ ਦੀ ਪਵਿੱਤਰਤਾ ਦੇ ਲਈ ਤੇ ਹਿਰਦੇ ਦੀ ਸ਼ੁੱਧੀ ਦੇ ਲਈ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਬਾਲਾ ਸੰਧਰ ਵਾਚ ਦੋਹਰਾ, ਕਾਰਨ ਗੁਰ ਅਵਤਾਰ ਕੋ ਮੈਂ ਬਰਨਿਉ ਚਿਤ ਲਾਏ। ਸ਼੍ਰੀ ਬਾਲਾ ਸੰਧੁਰ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ, ਹੁਣ ਅਸੀਂ ਤੁਹਾਨੂੰ ਕਾਰਨ ਦੱਸਣ ਲੱਗੇ ਹਾਂ ਬਈ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਤੀ ਦੇ ਉੱਤੇ ਅਵਤਾਰ ਧਾਰਿਆ। ਕਲਯੁਗ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਸ ਤਰ੍ਹਾਂ ਮਾਤਾ ਤ੍ਰਿਪਤਿਆ ਜੀ ਦੇ ਪਾਵਨ ਪਵਿੱਤਰ ਕੁੱਖ ਤੋਂ ਮਹਿਤਾ ਕਾਲੂ ਜੀ ਦੇ ਘਰ ਅਵਤਾਰ ਧਾਰਿਆ, ਉਹ ਕਥਾ ਦੱਸਣ ਲੱਗੇ ਹਾਂ। ਸੁਨੋ ਜਨਮ ਕੀ ਅਬ ਕਥਾ ਸਈ ਅੰਗਦ ਸੁਖਦਾਏ। ਹੁਣ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਸਾਰੀ ਕਥਾ ਦੱਸਣ ਲੱਗੇ ਹਾਂ। ਚੌਪਈ, ਬਾਰ ਦੇਸ਼ ਸਭ ਦੇਸ਼ ਨਰੇਸ਼ੂ। ਕਹਿੰਦੇ ਬਾਰ ਦੇਸ਼ ਕਹਿੰਦੇ ਨੇ ਪੰਜਾਬ ਦਾ ਦੇਸ਼, ਲਹਿੰਦਾ ਪੰਜਾਬ ਦੇ ਅੰਦਰ ਜੋ ਰਾਏ ਭੋਏ ਦੀ ਤਲਵੰਡੀ, ਜਿੱਥੇ ਰਾਏ ਬੁਲਾਰ ਸੀਗਾ, ਉਸ ਨਗਰ ਦੇ ਅੰਦਰ ਗ੍ਰਾਮ ਪਰ ਜਾ ਕੇ ਹਰਕ ਕਲੇਸ਼ੂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਨਨਕਾਣੇ ਦੀ ਧਰਤੀ ਦੇ ਉੱਤੇ ਅਵਤਾਰ ਧਾਰਨ ਕਿਉਂ ਕੀਤਾ? ਕਿਉਂਕਿ ਧਰਤੀ ਦੇ ਉੱਤੇ ਬਹੁਤ ਕਲੇਸ਼ ਵੱਧ ਗਿਆ ਸੀ, ਧਰਤੀ ਦੇ ਉੱਤੇ ਪਾਪ ਵੱਧ ਗਿਆ ਸੀ, ਝੂਠ, ਨਿੰਦਾ, ਈਰਖਾ, ਵਖੀਲੀ, ਦਵੈਕ ਜੈਸੇ ਔਗਣ ਵੱਧ ਗਏ ਸੀ। ਉਹ ਔਗਣਾਂ ਨੂੰ ਕੱਟਣ ਦੇ ਲਈ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਮਹਿਤਾ ਕਾਲੂ ਜੀ ਦੇ ਘਰ ਮਹਿਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਅਵਤਾਰ ਧਾਰਨ ਦੇ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਹੁਕਮ ਦਿੱਤਾ। ਹੈ ਰਾਵਤੀ ਏਕ ਦਿਸ਼ ਬਾਰੀ। ਜਿਹੜੀ ਰਾਵੀ ਸੀਗੀ ਉਹ ਇੱਕ ਦਿਸ਼ਾ ਦੇ ਅੰਦਰ ਵਗ ਰਹੀ ਸੀ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਰਾਵੀ ਏਦਾਂ ਲੱਗ ਰਹੀ ਸੀ ਜਿਸ ਤਰ੍ਹਾਂ ਦੁੱਧ ਦੀ ਨਦੀ ਵਗ ਰਹੀ ਹੈ ਮਹਾਰਾਜ ਦੇ ਜਨਮ ਤੋਂ ਪਹਿਲਾਂ। ਸੁੰਦਰ ਰੰਗ ਤਰੰਗ ਉਛਾਰੀ। ਤੇ ਐਰਾਵਤੀ ਜੋ ਰਾਵੀ ਦਰਿਆ ਹੈ ਉਹ ਉਛਾਲਾਂ ਮਾਰਦਾ ਹੈ। ਉਛਾਲਾਂ ਕਿਉਂ ਮਾਰਦਾ ਹੈ? ਵੀ ਗੁਰੂ ਨਾਨਕ ਦਾ ਜਨਮ ਹੋਵੇ ਤੇ ਮੈਂ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਚਰਨ ਛੂ ਲਵਾਂ। ਸੋ ਬਰ ਬਿਜਨ ਹੋਤ ਹੈ ਤਾਪੇ। ਤੇ ਜੋ ਵੀ ਧਰਤੀ ਤਪ ਰਹੀ ਸੀਗੀ, ਰੇਤਾ ਤਪ ਰਿਹਾ ਸੀਗਾ, ਉਹਦਾ ਸੁਭਾਅ ਬਦਲ ਗਿਆ। ਆਸਮਾਨ ਦੇ ਬੱਦਲਾਂ ਦੇ ਅੰਦਰ ਧੁੱਪ ਘਟ ਗਈ, ਹਵਾ ਦੇ ਅੰਦਰ ਸੁਗੰਧੀ ਫੈਲ ਗਈ ਤੇ ਜਿਹੜੀ ਬਨਸਪਤੀ ਸੀਗੀ ਉਹ ਮੌਲੀ ਗਈ ਸਾਰੀ। ਨ੍ਰਿਪਤਾ ਕੋ ਲੱਛਣ ਛਪ ਛਾਪੈ। ਇਸ ਤਰ੍ਹਾਂ ਜਾਣ ਲਓ ਕੋਈ ਨ੍ਰਿਪ ਰਾਜਾ ਧਰਤੀ ਦੇ ਉੱਤੇ ਅਵਤਾਰ ਧਾਰਨ ਲੱਗਿਆ। ਉਹ ਧਰਮੀ ਰਾਜਾ ਦੇ ਅਵਤਾਰ ਧਾਰਨ ਕਰਕੇ ਧਰਤੀ ਨੇ, ਪ੍ਰਕਿਰਤੀ ਨੇ ਆਪਣਾ ਸੁਭਾਅ ਬਦਲ ਲਿਆ। ਚੰਦਰ ਭਗਾ ਦਿਸ ਜਤੇ ਸਹਾਈ। ਚੰਦਰ ਭਗਾ ਜਿਹੜੇ ਸੀਗੇ, ਜਿਹੜੇ ਚੰਦਰਮਾ ਦੇ ਲੱਛਣ ਸੀਗੇ, ਕੱਤਕ ਦੀ ਪੂਰਨਮਾਸ਼ੀ ਨੂੰ ਮਹਾਰਾਜ ਦਾ ਅਵਤਾਰ ਹੋਇਆ ਤੇ ਚੰਦਰਮਾ ਨੇ ਵੀ ਆਪਣਾ ਪੂਰਾ ਐਨ ਰੂਪ ਧਾਰ ਲਿਆ। ਨਾਲ ਤਰੰਗਨ ਸਵੱਛ ਵਿਹਾਈ। ਤੇ ਆਸਮਾਨ ਬਿਲਕੁਲ ਸਵੱਛ ਹੋ ਗਿਆ। ਧਰਤੀ ਜਿਹੜੀ ਸੀਗੀ
ਉਸ ਦੇ ਅੰਦਰੋਂ ਮਹਿਕ ਆਉਂਦੀ ਹੈ, ਗੰਧ ਆਉਂਦੀ ਹੈ ਪਵਿੱਤਰ। ਆਸਮਾਨ ਦੇ ਅੰਦਰ ਪੰਛੀ ਚਹਿਚਹਾ ਰਹੇ ਨੇ। ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਪਹਿਲਾਂ ਵਾਤਾਵਰਣ ਸ਼ੁੱਧ ਹੋ ਗਿਆ, ਸਵੱਛ ਹੋ ਗਿਆ ਹੈ। ਅੰਬਰ ਹੋਤ ਚਮਰ ਛਪ ਭਾਈ। ਤੇ ਆਸਮਾਨ ਦੇ ਉੱਤੇ ਇੱਕ ਬੱਦਲਾਂ ਦੇ ਉੱਤੇ ਲਾਲੀ ਛਾ ਗਈ ਹੈ। ਬੱਦਲ ਜਿਹੜੇ ਨੇ ਸਾਫ਼ ਵੀ ਹੋ ਗਏ ਨੇ, ਧੁੱਪ ਵੀ ਮਾੜੀ ਮਾੜੀ ਹੈਗੀ ਹੈ, ਤੇ ਆਸਮਾਨ ਦੇ ਅੰਦਰ ਹਵਾ ਵੀ ਚੱਲ ਰਹੀ ਹੈ। ਬਹੁਤ ਜ਼ਿਆਦਾ ਸਰੀਰ ਦੇ ਅਨੁਕੂਲ ਜਿਹੜੀ ਹੈ ਉਹ ਹਵਾ ਚੱਲ ਰਹੀ ਹੈ। ਮਹਿਮਾ ਮਹਾ ਜਨਾਵਨਕਾਰੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਮਹਾ ਮਹਿਮਾ ਜਨਾਣ ਦੇ ਲਈ ਦੇਵਤਿਆਂ ਨੇ ਆਪਣਾ ਸੁਭਾਅ ਮਿੱਠਾ ਕਰ ਲਿਆ। ਅਗਨੀ ਨੇ ਆਪਣੀ ਸੀਤਲਤਾ ਜਿਹੜੀ ਉਸ਼ਣਤਾ ਹੈ, ਅੱਗ ਹੈ, ਤੇਜ ਦਾ ਪ੍ਰਭਾਵ ਘਟਾ ਲਿਆ। ਹਵਾ ਨੇ ਆਪਣੇ ਅੰਦਰੋਂ ਜਿਹੜੀ ਨਮੀ ਹੈ ਉਹ ਘਟਾ ਲਈ ਹੈ। ਜਲ ਨੇ ਆਪਣਾ ਜੋ ਪ੍ਰਭਾਵ ਹੈ ਰਾਵੀ ਦਰਿਆ ਦਾ ਉਹ ਨਿਰਮਲ ਕਰ ਲਿਆ। ਧਰਤੀ ਚੋਂ ਗੰਧ ਆ ਰਹੀ ਹੈ, ਬੱਦਲ ਸਾਫ਼ ਹੋ ਗਏ ਨੇ। 33 ਕਰੋੜ ਦੇਵੀ ਦੇਵਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਆਪਣੀ ਆਪਣੀ ਸ਼ਰਧਾਂਜਲੀ ਦਿੰਦੇ ਨੇ। ਸਦਾ ਸਕਾਲ ਸਸਿਨ ਕੋ ਸਾਮੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਦਾ ਹੀ ਸਕਾਲ ਕਰਨ ਦੇ ਲਈ ਧਰਤੀ ਦੇ ਉੱਤੇ ਮਹਾਰਾਜ ਜੀ ਨੂੰ ਜਿਹੜੇ ਖੇਤਰ ਨੇ ਘਰਾਂ ਦੇ ਵਿੱਚ, ਉਹਨਾਂ ਦੇ ਉੱਤੇ ਜੋ ਬੱਦਲਾਂ ਦੀ ਵਰਖਾ ਹੈ ਉਹ ਅਨੁਸਾਰ ਹੋ ਰਹੀ ਹੈ। ਐ ਨੇ ਵੀ ਬੱਦਲ ਪੈਣ ਕਰਕੇ, ਮੀਂਹ ਪੈਣ ਕਰਕੇ ਹਾੜੀ ਵਗਣ ਲੱਗ ਪਏ ਤੇ ਸਾਰੀ ਖੇਤੀ ਉਜੜ ਗਈ। ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਪਹਿਲਾਂ ਬੱਦਲਾਂ ਨੇ ਆਪਣਾ ਸੁਭਾਅ ਇਸ ਤਰ੍ਹਾਂ ਕਰ ਲਿਆ ਵੀ ਬੱਦਲਾਂ ਤੋਂ ਜੋ ਮੀਂਹ ਪੈਂਦਾ ਹੈ ਉਹ ਬਹੁਤ ਨਿਮ ਕੇ ਪੈਂਦਾ, ਜੋ ਖੇਤੀ ਦੇ ਲਈ ਫਾਇਦੇਮੰਦ ਹੈ। ਤਹਿ ਕਾਲ ਕੀ ਕੌਣ ਪਛਾਨੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਜਦੋਂ ਜਨਮ ਹੋਣ ਲੱਗਿਆ, ਮਹਾਰਾਜ ਦਾ ਅਵਤਾਰ ਹੋਣ ਲੱਗਿਆ, ਤੇ ਕੁਚਾਲੀ ਰੀਤ ਵਰਗੇ ਜਿਹੜੇ ਭੈੜੇ ਸੁਭਾਅ ਵਾਲੇ ਬੰਦੇ ਸੀਗੇ, ਉਹਨਾਂ ਨੇ ਵੀ ਕੀ ਕੀਤਾ, ਉਹਨਾਂ ਦਾ ਸੁਭਾਅ ਵੀ ਬਦਲ ਗਿਆ। ਜਿਸ ਤਰ੍ਹਾਂ ਕਿਸ ਦਾ ਚੋਰੀ ਦਾ ਸੁਭਾਅ ਸੀ, ਠੱਗੀ ਦਾ ਸੀ, ਨਿੰਦਾ ਦਾ ਸੀ, ਚੁਗਲੀ ਦਾ ਸੀ, ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਪਹਿਲਾਂ ਉਹ ਲੋਕਾਂ ਦੇ ਨਰ ਨਾਰੀਆਂ ਦੇ ਸੁਭਾਅ ਬਦਲ ਗਏ ਤੇ ਉਹਨਾਂ ਦੇ ਸ਼ੁਭ ਗੁਣ ਅੰਦਰ ਪ੍ਰਕਾਸ਼ ਹੋ ਗਏ। ਸਤ, ਸੰਤੋਖ, ਦਇਆ, ਧਰਮ, ਐਸੇ ਸ਼ੁਭ ਗੁਣ ਅੰਦਰ ਪ੍ਰਕਾਸ਼ਮਾਨ ਹੋ ਗਏ ਸਤਿਗੁਰਾਂ ਦੇ ਪ੍ਰਕਾਸ਼ ਹੋਣ ਦੀ ਖੁਸ਼ੀ ਵਿੱਚ। ਸਪਤ ਈਤ ਕੋ ਭੀਤ ਨ ਪਾਵਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਪਤ ਈਤ ਦੀ ਭੀਤ ਨਹੀਂ ਕੋਈ ਪਾ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਵੇਂ ਸਾਡੇ ਇੱਥੇ ਵਰਖਾ 6 ਤਰ੍ਹਾਂ ਦੀਆਂ ਰੁੱਤਾਂ ਹੁੰਦੀਆਂ ਨੇ, ਤੇ 6 ਤਰ੍ਹਾਂ ਦੀ ਰੁੱਤਾਂ ਦੇ ਅੰਦਰ ਅੱਸੂ ਤੇ ਕੱਤਕ ਦੇ ਮਹੀਨੇ ਦੇ ਅੰਦਰ ਜੋ ਸੁਭਾਅ ਸੀਗਾ ਮੌਸਮ ਦਾ ਉਹ ਬਿਲਕੁਲ ਭਗਤੀ ਵਾਲਾ ਹੋ ਗਿਆ। ਸਾਰਿਆਂ ਦੇ ਮਨ ਨਿਰਮਲ ਹੋ ਗਏ। ਤਸਕਰ ਕੁਲ ਤਜ ਅਨਤ ਪਰਾਵਾ। ਤਸਕਰ ਕਹਿੰਦੇ ਨੇ ਚੋਰਾਂ ਨੂੰ। ਚੋਰਾਂ ਨੇ ਆਪਣਾ ਸੁਭਾਅ ਬਦਲ ਲਿਆ ਤੇ ਉਹਨਾਂ ਦਾ ਮਨ ਚੋਰੀ ਤੋਂ ਪਲਟ ਕੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਕਰਕੇ ਸ਼ੁਭ ਗੁਣਾ ਵਾਲਾ ਹੋ ਗਿਆ। ਪਤਕ ਜਾਤ ਜੈ ਮਨ ਬਿਰਮਾਵਾ। ਉਹਨਾਂ ਦੇ ਮਨ ਬਿਰਮਾਏ ਗਏ। ਉਹ ਕਹਿੰਦੇ ਅਸੀਂ ਚੋਰੀ ਨਹੀਂ ਕਰਨੀ, ਕਿਉਂਕਿ ਅਵਤਾਰਾਂ ਦੇ ਜਦੋਂ ਜਨਮ ਅਵਤਾਰ ਹੁੰਦਾ ਹੈ ਅਵਤਾਰਾਂ ਦਾ, ਤਦੋਂ ਬੇਅੰਤ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਗਟ ਹੁੰਦੀਆਂ। ਜਦੋਂ ਗੁਰੂ ਹਰਿਰਾਏ ਸਾਹਿਬ ਦਾ ਵੀ ਪ੍ਰਸੰਗ ਆਉਂਦਾ ਹੈ ਸ਼੍ਰੀ ਨਾਨਕ ਸੂਰਜ ਪ੍ਰਕਾਸ਼ ਦੇ ਅੰਦਰ, ਕਿ ਜਦੋਂ ਕੀਰਤਪੁਰ ਸਾਹਿਬ ਵਿਖੇ ਅਵਤਾਰ ਧਾਰਨਗੇ ਤਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਦੀ ਖੁਸ਼ੀ ਦੇ ਅੰਦਰ ਉੱਥੇ ਜੋ ਦੁੱਧ ਦੀਆਂ ਨਦੀਆਂ ਵਗਣ ਲੱਗ ਪੈਂਦੀਆਂ ਕੀਰਤਪੁਰ ਸਾਹਿਬ ਚੋਂ ਫੇਰੇ। ਇਹ ਬਚਨ ਵੀ ਲਿਖੇ ਨੇ, ਅੰਮ੍ਰਿਤ ਵੇਲੇ ਦੁੱਧ ਦੀਆਂ ਨਦੀਆਂ ਵਗਦੀਆਂ ਸੀਗੀਆਂ। ਫੇਰ ਹੀ ਤੂੰ ਨਰ ਕੁਟੰਬ ਭੁਲਾਵਾ। ਤੇ ਆਪਣੇ ਕੁਟੰਬ ਦਾ ਮੋਹ ਵੀ ਭੁੱਲ ਗਏ। ਹੇਤ ਉਹਨਾਂ ਨੂੰ ਸੋਚਿਆ ਚੋਰਾਂ ਨੇ ਤਾਂ ਆਪਣਾ ਸੁਭਾਅ ਛੱਡਿਆ ਹੀ ਛੱਡਿਆ, ਜਿਹੜਾ ਮੋਹ ਦਾ ਸੁਭਾਅ ਸੀਗਾ ਜੀਵਾਂ ਦੇ ਅੰਦਰ, ਕੁਟੰਬ ਦੇ ਮੋਹ ਦਾ ਸੁਭਾਅ ਵੀ ਟੁੱਟ ਗਿਆ ਲੋਕਾਂ ਦੇ। ਫਲ ਫੂਲਨ ਦਲਿਤ ਪ੍ਰਤਾਰੂ ਚਾਰੂ। ਫਲ ਜਿਹੜੇ ਸੀਗੇ, ਫੁੱਲ ਸੀਗੇ, ਬਨਸਪਤੀ ਸੀ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਬਹੁਤ ਸੁੰਦਰ ਲੱਗਣ ਲੱਗ ਪਈ। ਪਤਕ ਹੇਤ ਠਾਡੇ ਸੁਖਕਾਰੂ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਤੋਂ ਪਹਿਲਾਂ ਜਿਹੜੀ ਪਥਕ ਹੇਤ ਠਾਂਡੇ ਸੁਖਕਾਰੂ ਹਵਾ ਸੀਗੀ, ਸਮੀਰ ਸੀਗੀ, ਉਹ ਬਹੁਤ ਸੋਹਣੀ ਚਲਦੀ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਦੀ ਖੁਸ਼ੀ ਦੇ ਅੰਦਰ ਹਵਾ ਚੱਲਣ ਕਰਕੇ ਪੱਥਰ ਪੇੜਾਂ ਤੋਂ ਪੱਤੇ ਥੱਲੇ ਨੂੰ ਝੜਦੇ ਨੇ। ਬਸੈ ਲੋਕ ਜਹ ਸੁਜਨ ਸੁਚਾਲੀ। ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਰਾਏ ਭੋਏ ਦੀ ਤਲਵੰਡੀ ਦੇ ਉੱਤੇ ਲੋਕਾਂ ਦੇ ਸੁਭਾਅ ਬਹੁਤ ਪ੍ਰਸੰਨਚਿਤ ਹੋ ਗਏ।
ਦਇਆ ਧਰਮ ਕੇ ਜੇ ਪ੍ਰਤਪਾਲੀ। ਜਿਹੜੇ ਸ਼ੁਭ ਗੁਣ ਸੀ ਦਇਆ, ਧਰਮ, ਸਤ, ਸੰਤੋਖ, ਉਹ ਹਿਰਦੇ ਦੇ ਅੰਦਰ ਪ੍ਰਕਾਸ਼ਮਾਨ ਹੋਏ। ਅਥਿਤ ਸੇਵ ਮਹਿ ਜਿਨ ਮਨ ਪ੍ਰਾਪਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਦੇ ਅੰਦਰ ਜੋ ਮਨ ਸੀਗਾ, ਸਾਰੀ ਪ੍ਰਕਿਰਤੀ ਦਾ 33 ਕਰੋੜ ਦੇਵੀ ਦੇਵਤੇ ਆਪਣੀ ਆਪਣੀ ਤਰ੍ਹਾਂ ਦੇ ਨਾਲ ਸੇਵਾ ਕਰਨ ਦੇ ਲਈ ਹੱਥ ਜੋੜ ਕੇ ਖੜੇ ਨੇ। ਗੁਣ ਗ੍ਰਾਹੀ ਸਭ ਵਿਦਿਆ ਗਿਆਤਾ। ਤੇ ਸਾਰੇ ਵਿਦਿਆ ਨੂੰ ਦੇਣ ਵਾਲੀ ਸਰਸਵਤੀ ਜਿਹੜੀ ਸੀਗੀ, ਉਹ ਕਹਿੰਦੀ ਵੀ ਗੁਰੂ ਨਾਨਕ ਦੇਵ ਮਹਾਰਾਜ ਆ ਰਹੇ ਨੇ ਧਰਤੀ ਤੇ ਅਵਤਾਰ ਧਾਰਨ ਦੇ ਲਈ। ਉਹ ਸਰਸਵਤੀ ਦੇਵੀ ਵੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦੇ ਲਈ ਹੱਥਾਂ ਦੇ ਅੰਦਰ ਫੁੱਲ ਲੈ ਕੇ, ਅਤਰ ਲੈ ਕੇ, ਫੁੱਲਾਂ ਦੀ ਮਾਲਾ ਲੈ ਕੇ ਗੁਰੂ ਨਾਨਕ ਸਾਹਿਬ ਦੇ ਅਵਤਾਰ ਦੀ ਪ੍ਰਤੀਕਸ਼ਾ ਕਰਦੀ ਹੈ। ਉਪਜੈ ਜਹ ਤੁਰੰਗ ਬਹੁਤ ਸੁੰਦਰ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਤੋਂ ਪਹਿਲਾਂ ਕਈ ਬਛੇਰੀਆਂ ਨੇ ਘੋੜਿਆਂ ਨੂੰ ਜਨਮ ਦਿੱਤੇ। ਬੜੀ ਤਰਲਤਾ ਗੁਣ ਕੇ ਮੰਦਰ। ਤੇ ਜਿੰਨੇ ਵੀ ਉਹ ਘੋੜੇ ਜਿਹੜੇ ਰਾਏ ਭੋਏ ਦੀ ਤਲਵੰਡੀ ਵਿਖੇ ਜਨਮ ਲੈ ਰਹੇ ਨੇ, ਉਹ ਘੋੜੇ ਬਹੁਤ ਚਪਲ ਨੇ, ਸੁੰਦਰ ਨੇ। ਉਹ ਘੋੜਿਆਂ ਦਾ ਵੀ ਜੋ ਮਨ ਦਾ ਸੁਭਾਅ ਹੈ, ਉਹ ਇੱਕ ਘੋੜਾ ਪਹਿਲੇ ਹੀ ਬਹੁਤ ਸਿਆਣਾ ਜਾਨਵਰ ਹੁੰਦਾ ਹੈ, ਪਰ ਜਦੋਂ ਉਹ ਕੋਈ ਚਾਲਾਂ ਸਿੱਖ ਲੈਂਦਾ ਹੈ, ਚਪਲਤਾ ਵਾਲੀਆਂ, ਤੇਜ਼ ਜਾਣਾ, ਪਲਾਕੀ ਮਾਰਨੀ, ਤੇ ਉਹ ਸਵਾਰ ਨੂੰ ਬਹੁਤ ਸੁੱਖ ਦਿੰਦਾ ਹੈ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਫਰਮਾਨ ਕਰਦੇ ਨੇ ਬਈ ਉਹ ਜਿਹੜੇ ਘੋੜੇ ਸੀਗੇ, ਉਹ ਜਨਮ ਤੋਂ ਪਹਿਲਾਂ ਹੀ ਚਾਲਾਂ ਸਿੱਖ ਕੇ ਆਏ। ਔਰ ਪਸ਼ੂ ਬਹੁਤ ਸੁਭਗ ਸੁਜਾਤੀ। ਤੇ ਮਈਆਂ ਨੇ, ਗਾਵਾਂ ਨੇ ਬਹੁਤ ਜ਼ਿਆਦਾ ਦੁੱਧ ਦਿੱਤਾ ਉਸ ਦਿਨ। ਤੇ ਹੋਰ ਜਿਹੜੇ ਪਸ਼ੂ ਸੀਗੇ, ਜਾਨਵਰ, ਪਸ਼ੂ, ਪੰਛੀ, ਪਸ਼ੂ ਪਰੇਤ ਮੁਗਧ ਕੋ ਤਾਰੇ, ਵਾਹਨ ਪਾਰ ਉਤਾਰੇ। ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਪਹਿਲਾਂ ਜੀਵਾਂ ਦਾ, ਪਸ਼ੂਆਂ ਦਾ, ਸਾਰਿਆਂ ਦਾ ਸੁਭਾਅ ਬਦਲ ਗਿਆ। ਤਿਨ ਕੀ ਖਾਨ ਕੀਨ ਬਿਦ ਖਿਆਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਜਾਣ ਲਓ, ਅਵਤਾਰ ਤੋਂ ਪਹਿਲਾਂ ਹੀ ਹੀਰੇ ਪ੍ਰਗਟ ਕਰ ਦਿੱਤੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਤੋਂ ਪਹਿਲਾਂ ਸ਼ੁਭ ਲੱਖਣ ਦਿਖਣ ਲੱਗ ਪਏ। ਜੋ ਅਸ ਦੇਸ ਰੁਚਿਰ ਬਰਸਗਰਾ। ਸਾਰਾ ਹੀ ਦੇਸ਼ ਬਹੁਤ ਪ੍ਰਸੰਨਚਿਤ ਹੋ ਗਿਆ। ਰਾਏ ਭੋਏ ਦੀ ਤਲਵੰਡੀ ਪ੍ਰਸੰਨਤਾ ਹੋਣ ਕਰਕੇ ਸਾਰੇ ਨਗਰ ਦੇ ਅੰਦਰ ਇੱਕ ਖੁਸ਼ੀ ਦੀ ਲਹਿਰ ਹੈ। ਕਿਸੇ ਨੂੰ ਕਾਰਨ ਹੀ ਨਹੀਂ ਪਤਾ ਵੀ ਖੁਸ਼ੀ ਦਾ ਕਾਰਨ ਕੀ ਹੈ, ਪਰ ਸਾਰਿਆਂ ਦੇ ਹਿਰਦੇ ਪ੍ਰਸੰਨਚਿਤ ਨੇ। ਭਾਰਤ ਖੰਡ ਮੈਂ ਸ਼ੁਭ ਤਯੁ ਜਗਰਾ। ਭਾਰਤ ਖੰਡ ਦੇ ਅੰਦਰ ਲਹਿੰਦੇ ਪੰਜਾਬ ਵੱਲ ਕੱਤਕ ਦੀ ਪੂਰਨਮਾਸ਼ੀ ਵਿਖੇ ਅੱਜ ਧਰਤੀ ਦੇ ਸਭ ਤੋਂ ਵੱਡੇ ਅਵਤਾਰ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਤਲਵੰਡੀ ਭਲ ਨਗਰੀ। ਉਹ ਕਿਹੜਾ ਨਗਰ ਸੀਗਾ ਜਿਨ੍ਹਾਂ ਨੂੰ ਭਾਗ ਲੱਗਿਆ? ਤਲਵੰਡੀ ਦਾ ਨਗਰ, ਰਾਏ ਭੋਏ ਦੀ ਤਲਵੰਡੀ, ਜਿੱਥੇ ਦਾ ਨਵਾਬ ਸੀ ਰਾਏ ਬੁਲਾਰ। ਗੁਰੂ ਨਾਨਕ ਦੇਵ ਜੀ ਦਾ ਮੁਸਲਮਾਨ ਸਿੱਖ ਬਣਿਆ, ਜਿਸ ਦੇ 4 ਪੁੱਤਰ ਅੱਗੇ ਹੋਏ ਨੇ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਅੰਦਰ ਉਹ ਕਥਾ ਆਂਦੀ ਹੈ। ਰਾਏ ਭੋਏ ਦੇ 4 ਪੁੱਤਰ ਜੋ ਸੀਗੇ, ਗੁਰੂ ਨਾਨਕ ਦੇਵ ਜੀ ਦੇ ਬਚਨ ਨਾਲ ਜਨਮ ਹੋਇਆ ਸੀ, ਤੇ ਬਚਨ ਨਾਲ ਜਨਮ ਹੋਣ ਕਰਕੇ ਦਿੱਲੀ ਦੇ ਅੰਦਰ ਵਜ਼ੀਰ ਬਣਿਆ ਇੱਕ ਪੁੱਤਰ। ਉਹ ਜਿਹੜਾ ਵਜ਼ੀਰ ਪੁੱਤਰ ਸੀਗਾ, ਉਸ ਨੂੰ ਇਬਰਾਹੀਮ ਲੋਧੀ ਨੇ ਮਰਵਾਇਆ ਸੀ, ਉਹ ਕਥਾ ਆਂਦੀ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਸਿੱਖ ਸੀਗਾ ਰਾਏ ਬੁਲਾਰ, ਉਹ ਰਾਏ ਬੁਲਾਰ ਦਾ ਨਗਰ ਰਾਏ ਭੋਏ ਦੀ ਤਲਵੰਡੀ, ਉਸ ਨਗਰ ਦੇ ਅੰਦਰ ਗੁਰੂ ਨਾਨਕ ਦੇਵ ਜੀ ਅਵਤਾਰ ਧਾਰਨ ਲੱਗੇ ਨੇ। 4 ਵਰਨ ਕਰ ਪੂਰਤ ਸਗਰੀ। ਚਾਰੇ ਹੀ ਵਰਨ, ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼, ਉਹ ਚਾਰੇ ਹੀ ਵਰਨਾਂ ਦੇ ਅੰਦਰ ਆਪਣੀ ਜਿਹੜੀ ਕਿਰਿਆਵਾਂ ਵੰਡੀਆਂ ਹੋਈਆਂ ਸਾਰਿਆਂ ਨੂੰ, ਉਹ ਬੜੀ ਸ਼ੁਭ ਤਰ੍ਹਾਂ ਦੇ ਨਾਲ ਕਰਦੇ ਨੇ। ਜਿਹੜੇ ਕਿ 34 ਬਾਗ ਸੁਹਾਵਾ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿੱਥੇ ਅਵਤਾਰ ਹੋਣਾ ਹੈ, ਉੱਥੇ ਚਾਰੇ ਪਾਸੇ ਜੋ ਬਾਗ ਹੈ, ਉਸ ਦੇ ਅੰਦਰ ਫੁੱਲ ਤੇ ਫਲ ਖਿਲਖਿਲਾ ਰਹੇ ਨੇ। ਕੁਸਮ ਵਾਟਿਕਾ ਬਹੁਤ ਛਬ ਪਾਵਾ। ਕੁਸੰਭ ਦੀ ਵਾਟਿਕਾ, ਫੁੱਲਾਂ ਦੀ ਵਾਟਿਕਾ ਬਹੁਤ ਸੁੰਦਰ ਹੈ। ਨਗਰ ਕੋਟ ਡਿਟ ਬਧਿਓ ਤੰਗਾ। ਤੇ ਆਸ-ਪਾਸ ਨਗਰ ਦੇ ਅੰਦਰ ਇੱਕ ਕਿਲਾ ਵੀ ਬਣਿਆ ਹੋਇਆ ਹੈ, ਸਰਾਏ ਭੋਏ ਦੀ ਤਲਵੰਡੀ ਵਿਖੇ। ਮਤਸਰ ਤਰਤਾ ਜੋ ਗਿਰ ਸੰਗਾ। ਜੋ ਵੀ ਈਰਖਾ ਰੱਖਦਾ ਸੀਗਾ ਰਾਏ ਭੋਏ ਦੀ ਤਲਵੰਡੀ ਦੇ ਅੰਦਰ, ਉਸ ਦਾ ਸੁਭਾਅ ਬਦਲ ਗਿਆ ਈਰਖਾ ਵਾਲਾ। ਅਟਾ ਘਟਾ ਸਭ ਕਰਤ ਵਿਲਾਸਾ। ਜਿਵੇਂ ਹਵਾ ਜਦੋਂ ਤੇਜ਼ ਚਲਦੀ ਹੈ, ਉਹ ਕੁਝ ਪਏ ਪੱਤਿਆਂ ਦੇ ਢੇਰ ਨੂੰ ਉਡਾ ਦਿੰਦੀ ਹੈ। ਮਾੜੇ ਸੁਭਾਅ ਵਾਲੇ ਵਿਅਕਤੀਆਂ ਦੇ ਅੰਦਰੋਂ ਈਰਖਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਧਾਰਨ ਕਰਕੇ ਉੱਡ ਗਈ। ਮਨੋ ਨਿਰੋਧਨ ਕੀ ਹੋਇਆ ਆਸਾ।
ਮਹਾਰਾਜ ਜੀ ਨੇ ਉੱਥੇ ਦੇ ਜੋ ਵਿਅਕਤੀ ਸੀਗੇ ਉਹਨਾਂ ਨੂੰ ਨਿਰਾਸ਼ਾ ਕਰ ਦਿੱਤਾ। ਜਦੋਂ ਅਸੀਂ ਭਗਤੀ ਕਰਦੇ ਹਾਂ ਅਸੀਂ ਪਰਮੇਸ਼ਵਰ ਤੋਂ ਭਗਤੀ ਸਹਿਕਾਮੀ ਹੋ ਕੇ ਵੀ ਕਰਦੇ ਹਾਂ, ਕਈ ਵਾਰੀ ਕਾਮਨਾ ਤੋਂ ਰਹਿਤ ਵੀ ਕਰਦੇ ਹਾਂ। ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਐਸਾ ਸੁਭਾਅ ਬਣ ਗਿਆ, ਲੋਕੀ ਨਿਹਕਾਮੀ ਹੋ ਗਏ ਵੀ ਜਿਨ੍ਹਾਂ ਦੇ ਅੰਦਰ ਕਾਮਨਾ ਦੀ ਕੋਈ ਇੱਛਾ ਨਾ ਰਹੀ। ਮੰਦਰ ਜਹ ਸੁੰਦਰ ਛਬ ਪਾਈ। ਗੁਰੂ ਨਾਨਕ ਸਾਹਿਬ ਦਾ ਜਿੱਥੇ ਅਵਤਾਰ ਹੋਣਾ ਹੈ, ਜਿੱਥੇ ਮਾਤਾ ਤ੍ਰਿਪਤਾ ਜੀ ਦੇ 10 ਮਹੀਨੇ ਉਧਰ ਦੇ ਸੰਪੂਰਨ ਹੋਏ ਨੇ, ਉਹ ਪਾਵਨ ਪਵਿੱਤਰ ਸਥਾਨ ਦੇ ਉੱਤੇ ਸਰਬ ਰੁਤਨ ਮਹਿ ਜੇ ਸੁਖਦਾਈ। ਸਾਰੇ ਰੁੱਤਾਂ ਤੋਂ ਜੋ ਜ਼ਿਆਦਾ ਸੁਖ ਦੇਣ ਵਾਲੀ ਰੁੱਤ ਹੈ, ਅਸ਼ਟਾ ਪਲ ਸੰਵਿਪਨੀ ਪੂਰੀ। ਉਹ ਜਿਹੜੀ ਰੁੱਤ ਹੈ, ਉਸ ਰੁੱਤ ਦੇ ਅੱਜ ਪੂਰਨਮਾਸ਼ੀ ਦਾ ਦਿਨ ਹੈ। ਉਹ ਰੁੱਤ ਦੇ ਅੰਦਰ ਕੱਤਕ ਦਾ ਮਹੀਨਾ ਹੈ। ਬਨਜ ਸੋਜ ਸੋ ਆਪਨ ਪੂਰੀ। ਤੇ ਉਸ ਨਗਰ ਦੇ ਅੰਦਰ ਵਣਜ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਜਿਹੜੇ ਬਾਣੀਏ ਨੇ ਜੋ ਵਣਜ ਕਰਦੇ ਨੇ, ਉਹਨਾਂ ਦੇ ਸੁਭਾਅ ਦੇ ਅੰਦਰ ਕਵੀ ਜੀ ਕਹਿੰਦੇ ਕੀ ਤਬਦੀਲੀ ਆਈ ਕਿ ਉਹ ਆਪਣੇ ਗਾਹਕਾਂ ਨੂੰ ਥੋੜਾ ਜਿਹਾ ਵੱਧ ਕੇ ਦਿੰਦੇ। ਜਿਵੇਂ ਕਿਸੇ ਨੇ 5 ਸੇਰ ਆਟਾ ਮੰਗਿਆ, ਉਹ 5 ਸੇਰ ਤੋਂ ਉੱਤੇ ਵੱਧ ਕੇ ਦਿੱਤਾ ਤੇ ਉਹ ਬੰਦਾ ਕਹਿੰਦਾ ਲਾਲਾ ਜੀ ਇਸ ਤੋਂ ਉੱਤੇ ਦੇ ਪੈਸੇ ਲੈ ਲਓ, ਤੇ ਉਹ ਕਹਿੰਦਾ ਜਾ ਤੈਨੂੰ ਪੈਸੇ ਛੱਡੇ। ਤੇ ਉਹ ਫੇਰ ਬੰਦਾ ਗਰੀਬ ਹੋਣ ਤੋਂ ਬਾਅਦ ਵੀ ਪੈਸੇ ਦੇਣਾ ਚਾਹੁੰਦਾ ਹੈ, ਪਰ ਉਹ ਲਾਲਾ ਜਿਹੜਾ ਹੈ ਜੋ ਕਿ ਪੂਰਾ ਸਮਾਨ ਤੋਲਦਾ ਸੀ ਆਪਣੇ ਤੋਂ ਵੱਧ ਦਿੰਦਾ। ਤੇ ਕਹਿਣ ਦਾ ਭਾਵ ਅਰਥ ਹੈ ਵੀ ਲੋਕਾਂ ਦੇ ਸੁਭਾਅ ਦੇ ਅੰਦਰ ਦੈਵੀ ਗੁਣ ਆ ਗਏ। ਸ੍ਰੀ ਨਾਨਕ ਆਗਮ ਕੇ ਹੇਤੂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੇ ਲਈ ਰਚਿਓ ਸੁਰਗ ਵਿਦ ਸੁਖ ਸੰਕੇਤੂ। ਸ਼ੁਭ ਸੰਕੇਤ ਦਿਖਣ ਲੱਗ ਪਏ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਦੱਸ ਰਹੇ ਨੇ ਬਈ ਸ਼ੁਭ ਸੰਕੇਤ ਹੋਏ ਅਵਤਾਰ ਤੋਂ ਪਹਿਲਾਂ। ਸੁਰਬੀ ਖੀਰ ਭਯੂ ਖਸਮਾਨਾ। ਇਸ ਤਰ੍ਹਾਂ ਜਾਣ ਲਓ ਬਈ ਜਿਹੜੀਆਂ ਮੱਝਾਂ ਗਾਵਾਂ ਸੀਗੀਆਂ ਉਹਨਾਂ ਦੇ ਅੰਦਰੋਂ ਜੋ ਦੁੱਧ ਹੈ ਉਹ ਅੰਮ੍ਰਿਤ ਵਰਗਾ। ਉਹ ਜਿਹੜਾ ਦੁੱਧ ਹੈ ਮੱਝਾਂ ਗਾਵਾਂ ਦਿੰਦੀਆਂ ਨੇ, ਤੇ ਜਿੰਨਾ ਦੁੱਧ ਦਿੰਦੀਆਂ ਨੇ ਉਸ ਤੋਂ ਵੱਧ ਦੁੱਧ ਖੁਸ਼ੀ ਦੇ ਨਾਲ ਦਿੰਦੀਆਂ ਨੇ। ਬਛੇਰੇ ਨੂੰ ਛੁਹਾਣਾ ਵੀ ਨਹੀਂ ਪੈਂਦਾ ਤੇ ਆਪ ਹੀ ਦੁੱਧ ਖੁਸ਼ੀ ਨਾਲ ਦਿੰਦੀਆਂ ਨੇ। ਸੁਰਸਮ ਸੁੰਦਰ ਮਨ ਜੁਸ ਜਾਨਾ। ਤੇ ਦੇਵਤਿਆਂ ਵਰਗੇ ਬੰਦੇ ਹੋ ਗਏ। 10ਵੇਂ ਪਾਤਸ਼ਾਹ ਨੇ ਆਪਣੀ ਰਚਨਾ ਦੇ ਅੰਦਰ ਲਿਖਿਆ ਹੈ ਕਿ ਜੇ ਕੋਈ ਬੰਦਾ ਸ਼ੁਭ ਕਰਮ ਕਰਦਾ ਹੈ ਨਾ ਧਰਤੀ ਦੇ ਉੱਤੇ, ਉਸ ਨੂੰ ਦੇਵਤਾ ਕਿਹਾ ਜਾਂਦਾ। ਜੇ ਕੋਈ ਮਾੜੇ ਕਰਮ ਕਰਦਾ ਉਸ ਨੂੰ ਦੈਂਤ ਕਿਹਾ ਜਾਂਦਾ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਸਾਰਿਆਂ ਦਾ ਜੋ ਸੁਭਾਅ ਸੀਗਾ ਉਹ ਸ਼ੁਭ ਗੁਣਾ ਦੇ ਹੋਣ ਕਰਕੇ ਦੇਵਤਿਆਂ ਵਾਲਾ ਬਣ ਗਿਆ। ਜਿਹ ਕੀ ਰਚਨਾ ਹੈ ਬਚਿਤਰਾ। ਉਹ ਸਾਰੇ ਨਗਰ ਦੀ ਰਚਨਾ ਦੇਖ ਦੇਖ ਕੇ ਆਪਸ ਦੇ ਅੰਦਰ ਲੋਕ ਵੀ ਬਿਸਮਾਦ ਹੋ ਰਹੇ ਨੇ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਪਹਿਲਾਂ ਵਿਸ਼ਕਰਮਾ ਹੋਇਓ ਚਿਤਰਾ। ਤੇ ਜੋ ਰਚਨਹਾਰ ਹੈ, ਜਿਸ ਨੂੰ ਬ੍ਰਹਮਾ ਹੁਕਮ ਲਾਉਂਦਾ ਵੀ ਇਹ ਚੀਜ਼ ਇਸ ਤਰ੍ਹਾਂ ਬਣਨੀ ਚਾਹੀਦੀ ਹੈ। ਵਿਸ਼ਕਰਮਾ ਜੋ ਹੈ ਦੇਵਤਿਆਂ ਦੇ ਅੰਦਰ, ਜਿਵੇਂ ਅੱਜ ਕੰਸਟਰਕਸ਼ਨ ਆਪਾਂ ਕਹਿੰਦੇ ਆ, ਉਹ ਡਿਊਟੀ ਵਿਸ਼ਕਰਮਾ ਦੀ ਹੈ। ਪੁਰਾਣਾ ਦੇ ਅੰਦਰ ਕਥਾ ਵੀ ਆਉਂਦੀ ਹੈ ਵੀ ਜਦੋਂ ਪਾਰਵਤੀ ਜੀ ਨੇ ਸ਼ਿਵ ਜੀ ਨੂੰ ਕਿਹਾ ਸੀਗਾ ਇਹ ਮਹਾਦੇਵ ਵੀ ਅਸੀਂ ਵੀ ਆਪਣੇ ਨਗਰ ਦੇ ਅੰਦਰ ਰਹਿਣ ਨੂੰ ਕੋਈ ਸਥਾਨ ਬਣਾਈਏ, ਤੁਹਾਡੀ ਲੋਕ ਨਿੰਦਾ ਬਹੁਤ ਕਰਦੇ ਨੇ। ਤੇ ਸ਼ਿਵ ਜੀ ਨੇ ਮਨਾ ਕੀਤਾ ਕਿ ਆ ਪਾਰਵਤੀ ਵੀ ਸਾਨੂੰ ਕਿੰਨੇ ਰਹਿਣ ਦੇਣਾ ਹੈ, ਆਪਾਂ ਕੈਲਾਸ਼ ਪਰਬਤ ਤੇ ਬਰਫਾਂ ਤੇ ਠੀਕ ਆ। ਕਿਹਾ ਨਹੀਂ ਮਹਾਰਾਜ, ਇੱਕ ਨਗਰ ਦਾ ਵਸਵਾਓ ਫੇਰ ਵੀ। ਤੇ ਭਗਵਾਨ ਸ਼ਿਵ ਨੇ ਫੇਰ ਵਿਸ਼ਕਰਮਾ ਨੂੰ ਕਿਹਾ ਸੀਗਾ ਵੀ ਲੰਕਾ ਤਿਆਰ ਕਰਕੇ ਦੋ ਸੋਨੇ ਦੀ। ਤੇ ਉਹ ਜਦੋਂ ਵਿਸ਼ਕਰਮਾ ਨੇ ਕਿਹਾ ਭਗਵਾਨ ਸ਼ਿਵ ਨੂੰ ਵੀ ਕਿਸ ਤਰ੍ਹਾਂ ਦੀ ਲੰਕਾ ਹੋਵੇ, ਤੇ ਸ਼ਿਵ ਜੀ ਸੁੱਖੇ ਦੇ ਰੱਜੇ ਹੋਏ ਸੀਗੇ ਤੇ ਸੁੱਖੇ ਦੇ ਰੱਜੇ ਕਿਹਾ ਨੇ ਤ੍ਰਿਕੋਣ ਹੀ ਬਣਾ ਦਿੱਤੀ ਲੰਕਾ। ਵਿਸ਼ਕਰਮਾ ਨੇ ਸੋਨਾ ਲਗਾ ਕੇ ਉਹ ਲੰਕਾ ਵਧੀਆ ਤਿਆਰ ਕਰ ਦਿੱਤੀ। ਤਾਂ ਸ਼ਿਵ ਜੀ ਨੇ ਨਾ, ਜਿਸ ਤਰ੍ਹਾਂ ਅਸੀਂ ਘਰ ਦੇ ਅੰਦਰ ਮਕਾਨ ਦਾ ਚੱਟ ਕਰਦੇ ਆ, ਘਰ ਦੇ ਅੰਦਰ ਹਵਨ ਰਖਾਇਆ ਤੇ ਵੱਡੇ ਵੱਡੇ ਬ੍ਰਾਹਮਣ ਦੇਵਤਿਆਂ ਨੂੰ ਬੁਲਵਾਇਆ। ਤੇ ਹਰ ਬ੍ਰਾਹਮਣ ਦੇਵਤੇ ਨੇ ਜਦੋਂ ਆਪਣੀ ਆਪਣੀ ਕਿਰਿਆ ਪੂਰੀ ਕਰ ਲਈ, ਰਾਜ ਭੋਜਨ ਹੋ ਗਿਆ, ਦਕਸ਼ਨਾ ਦੇਣ ਦਾ ਸਮਾਂ ਆਇਆ। ਤੇ ਰਾਵਣ ਦੇ ਪਿਓ ਵਿਸ਼ਵਰਮਾ ਮੁਨੀ ਦੀ ਵਾਰੀ ਆਈ। ਵਿਸ਼ਰਵਾ ਮੁਨੀ ਕਹਿੰਦਾ ਮਹਾਰਾਜ ਲਿਆਓ ਮੈਨੂੰ ਦਕਸ਼ਨਾ ਦਿਓ। ਭਗਵਾਨ ਸ਼ਿਵ ਜੀ ਕਹਿੰਦੇ ਮੰਗੋ। ਕਹਿੰਦਾ ਮੈਨੂੰ ਸੋਨੇ ਦੀ ਲੰਕਾ ਹੀ ਦੇ ਦਿਓ ਜਿਹੜਾ ਤੁਸੀਂ ਮਕਾਨ ਦਾ ਚੱਟ ਕਰ ਰਹੇ ਹੋ। ਤੇ ਵਿਸ਼ਰਵਾ ਮੁਨੀ ਨੇ ਉਹ ਲੰਕਾ ਹੀ ਮੰਗ ਲਈ ਸੀਗੀ ਤੇ ਉਹ ਉਹਨੇ ਆਪਣੇ ਪੁੱਤਰ ਰਾਵਣ ਨੂੰ ਦੇ ਦਿੱਤੀ।
ਤੋ ਕਹਿਣ ਦਾ ਭਾਵ ਅਰਥ ਹੈ ਵੀ ਵਿਸ਼ਵਕਰਮਾ ਦੀ ਜੋ ਡਿਊਟੀ ਸੀਗੀ ਉਹ ਨਿਰਮਾਣ ਦੀ ਸੀਗੀ, ਤੇ ਵਿਸ਼ਵਕਰਮਾ ਦੀ ਹੁਣ ਅੱਜ ਹਾਂਜੀ ਪੰਕਤੀ ਦੁਬਾਰਾ ਪੜੋ। ਵਿਸ਼ਵਕਰਮਾ ਹੋਇਓ ਚਿਤ ਚਿਤਰਾ। ਵਿਸ਼ਵਕਰਮਾ ਬਹੁਤ ਹੈਰਾਨ ਹੋਇਆ। ਉਹ ਕਹਿੰਦਾ ਵੀ ਮੈਂ ਬਹੁਤ ਸੁੰਦਰ ਸੁੰਦਰ ਨਗਰ ਤਿਆਰ ਕਰਦਾ, ਬਹੁਤ ਸੁੰਦਰ ਸੁੰਦਰ ਨਗਰੀਆਂ ਬਣਾਉਣਾ, ਦੇਵਲੋਕ ਦੇ ਅੰਦਰ ਵੀ, ਧਰਤੀ ਤੇ ਪਤਾਲ ਦੇ ਅੰਦਰ, ਪਰ ਜੋ ਅੱਜ ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ ਦੀ ਸ਼ੋਭਾ ਹੈ ਉਹ ਮੇਰੇ ਬਣਾਉਣ ਤੋਂ ਬਹੁਤ ਪਰੇ ਹੈ। ਉਹ ਕਿਉਂ ਹੈ? ਕਿਉਂਕਿ ਉਸ ਪਰ ਸ਼ੋਭਾ ਨੂੰ ਵਧਾਉਣ ਦੇ ਲਈ 33 ਕਰੋੜ ਦੇਵੀ ਦੇਵਤੇ ਲੱਗ ਗਏ ਨੇ। ਸ਼ੁੱਧ ਪਾਠੀ ਹੋਤੀ ਤਤ ਵੇਤੂ। ਜਿਸ ਤਰ੍ਹਾਂ ਏਦਾਂ ਧੁਨੀ ਸੁਣ ਰਹੀ ਸੀ ਆਸਮਾਨ ਦੇ ਅੰਦਰੋਂ, ਜਿਸ ਤਰ੍ਹਾਂ ਕੋਈ 4 ਵੇਦ ਕੰਠ ਕੀਤੇ ਪਾਠੀ ਹੋਣ, ਬ੍ਰਾਹਮਣ ਹੋਣ, ਉਹ ਮੰਤਰਾਂ ਦਾ ਪਾਠ ਕਰ ਰਹੇ ਨੇ। ਕਿਸੇ ਨੇ 27 ਸਿਮਰਤੀਆਂ ਯਾਦ ਕੀਤੀਆਂ, 28 ਪੁਰਾਣ ਯਾਦ ਕੀਤੇ, ਬਿਲਕੁਲ ਸ਼ੁੱਧ ਪਾਠ ਜੋ ਹੋ ਰਿਹਾ ਹੈ ਮੰਤਰਾਂ ਦਾ, ਉਹ ਇੱਕ ਧੁਨੀ ਸੁਣ ਰਹੀ ਹੈ, ਵਾਤਾਵਰਨ ਪਵਿੱਤਰ ਸੀ। ਖਟ ਕਰ ਮੀਕ੍ਰਿਤ ਕੈਵਲ ਹੇਤੂ। 6 ਕਰਮਾਂ ਕਰਨ ਵਾਲੇ ਪੰਡਤ ਜਿਹੜੇ ਸੀਗੇ, ਜਿਵੇਂ ਪੂਜਾ ਅਰਚਾ ਕਰਨੀ, ਜਿਵੇਂ ਕਲਯੁਗ ਦੇ ਅੰਦਰ ਮਹਾਰਾਜ ਨੇ ਨਾਮ ਦੀ ਵਡਿਆਈ ਰੱਖੀ ਹੈ। ਪਹਿਲੇ ਯੁਗਾਂ ਦੇ ਅੰਦਰ ਹੋਰ ਵੀ ਤਰ੍ਹਾਂ ਦੇ ਦਾਨ ਤਪ ਹੁੰਦੇ ਸੀ। ਗੁਰਬਾਣੀ ਦੇ ਅੰਦਰ ਸ਼ਬਦ ਆਉਂਦਾ ਹੈ, ਸਤਜੁਗ ਸਤ ਤ੍ਰੇਤਾ ਜਗੀ, ਦੁਆਪਰ ਪੂਜਾ 4, तीनों जुग तीनों दुड़े, कल केवल नाम आधार। सतयुग दे अंदर लोकी सत रखते सीगे, ते त्रेते दे अंदर जग करते सी, दुआपर दे अंदर पूजा 4 दी रीति सी, अर्चना पूजा करनी, कर्म कांड करने। तीनों जुग तीनों दिड़े, गुरबाणी दे अंदर आया भी तीनों जुगां दे अंदर तीनों लोकां ने तीनों तरह दे समय लोकां ने तीनों चीज़ां बहुत दृढ़ करके कीतियां। पर कलयुग दे अंदर कल केवल नाम आधार। गुरु नानक साहब ने कलयुग दे अंदर सतनाम श्री वाहिगुरू, सतनाम श्री वाहिगुरू, वाहिगुरू मंत्र नूं प्रचार किया। कलयुग दे अंदर होर किसी भी कर्म कांड दे लई थां नहीं, केवल ते केवल वाहिगुरू दे नाम नूं महत्वता दित्ती। सतयुग तै माणियो छलियो बल पावन भायो, त्रेते तै माणियो राम रघुवंश कहायो, द्वापर कृष्ण मुरार कंस किरतारथ कियो, उग्र सैन को राज अपै भगतै जन दियो। कलयुग प्रमाण नानक गुर अंगद अमर कहायो, श्री गुरु राज अबचल अटल अथाह फरमान। सो गुरु नानक देव महाराज का कलयुग के अंदर राज है। कलयुग के अंदर जिहदा राज होवे उहदी सिकदारी चलती है। ते कलयुग के अंदर गुरु नानक देव जी ने अकाल पुरख वाहिगुरू तो नाम सिमरन की दात लई है। नौनित नाम गरीबी पाई, ते नाम लैके अगों गरीबी की दात रखी। सच्चे पातशाह गुरु नानक देव महाराज जी जदों सिंगला दीप के अंदर गए, राजे शिवनाभ दे कोल अगे कथा आएगी, ते उत्थे राजा शिवनाभ कहंदा महाराज तुस तुहाडी बाणी है गल भी मंदी है, आत्म पसारा करन हारा प्रभ बिना नह जानी है। भाई बंदे दे अंदर ते रब दे अंदर कोई भेद नहीं। खालक खलक खलक मैं खालक, इको जोत है परमेश्वर दी ते बंदे दी। ते फिर असीं अपने आप नूं परमात्मा ही कहा लैंदे आ। साडे अंदर ते परमात्मा ही तो कोई फर्क नहीं। गुरु नानक देव महाराज जी ने बहुत सुंदर बचन कहे, कहंदे भी बिल्कुल असीं रब हां, बंदा बिल्कुल रब है, उसके अंदर कोई भेद नहीं, बंदे के अंदर रब वसदा है। पर गुरु नानक दे सिखां ने की रोह रीति अपनाउणी है, हिरदे ज्ञान मुख भगती ते बरतन बैरागण। हिरदे दे अंदर पता होवे भी मैं रब दा रूप हां, पर मुख तो सारियां नूं कहंदा ना रहे भी मैं रब हां। मुख तो कहे बद वक्त हम चू बखील गाफल, बेनजर बेबाक, नानक बुगोयद जन तुरा, तेरे चाकरां का खाक। असी महाराज तुहाडे चरनां दी धूड़ आ, ते बाहरों जिहड़ी बर्तन है वो विरागण लई रखे। ऐ ना होवे भी महंगे कपड़े पा के, वधिया चोले पा के, गड्डियां रख के संगत दा पैसा खराब करदा फिरे। अज असी आम देखदे ही हां कि जिहड़े बाबे ने उन्हां ने वधिया सोने दीयां घड़ियां पाईयां, कारां रखियां, गड्डियां रखियां, संगत का पैसा फजूल खराब कर रहे हैं।
ਉਹਨਾਂ ਦੇ ਜਨਮ ਦਿਨ ਆਉਂਦੇ ਨੇ, ਫੇਸਬੁੱਕਾਂ ਵਟਸਐਪਾਂ ਦੇ ਵੀਡੀਓ ਆਉਂਦੀ ਹੈ, 100 ਫੁੱਟ ਲੰਬਾ ਕੇਕ ਕੱਟਿਆ। ਉਹ ਖਾਲਸਾ ਜੀ ਗੁਰੂ ਘਰ ਦੀ ਮਰਿਆਦਾ ਨਹੀਂ। ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ ਕਿ ਨੌਨਿਤ ਨਾਮ ਗਰੀਬੀ ਪਾਈ। ਬਈ ਸਿੱਖ ਨੇ ਆਪਣਾ ਜੋ ਜੀਵਨ ਹੈ ਉਹ ਗਰੀਬੀ ਦੇ ਅੰਦਰ ਰੱਖਣਾ ਹੈ, ਤੇ ਜੇ ਉਹਦੇ ਕੋਲ ਵੱਧ ਧਨ ਆ ਵੀ ਜਾਵੇ ਉਹ ਲੋੜਵੰਦ ਦੇ ਉੱਤੇ ਖਰਚਣਾ, ਪੰਥ ਦੇ ਉੱਤੇ ਲਗਾਉਣਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕੋਈ ਸੰਗਤ ਜੋ ਧਨ ਦੇ ਕੇ ਜਾਂਦੀ ਸੀਗੀ, ਉਹ ਕਦੇ ਲੰਗਰ ਹਾਲ ਬਣਵਾਣੇ, ਧਰਮਸਾਲ ਬਣਵਾਣੀ, ਲੰਗਰ ਚਲਾਣੇ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਸੌਣ ਤੋਂ ਪਹਿਲਾਂ ਜੋ ਲੰਗਰ ਬਚ ਜਾਣਾ ਉਹ ਵੀ ਬਿਆਸਾ ਦਰਿਆ 'ਚ ਸੁਟਵਾ ਦੇਣਾ ਵੀ ਮੱਛੀਆਂ ਖਾ ਲੈਣਗੀਆਂ। ਗੁਰੂ ਘਰ ਦੇ ਅੰਦਰ ਜੋੜਨ ਵਾਲੀ ਰੀਤੀ ਨਹੀਂ ਹੋਣੀ ਚਾਹੀਦੀ, ਤਿਆਗ ਵਰਤੀ ਹੋਣੀ ਚਾਹੀਦੀ ਹੈ। ਕਿਉਂਕਿ ਜਿੰਨਾ ਅਸੀਂ ਤਿਆਗ ਰੱਖਾਂਗੇ ਉਨੀ ਸਾਡੀ ਸਿੱਖੀ ਵਧੇਗੀ, ਉਨੀ ਸਿੱਖੀ ਪ੍ਰਫੁੱਲਤ ਹੋਏਗੀ, ਪ੍ਰਚਾਰ ਹੋਵੇਗਾ। ਗੁਰੂ ਘਰ ਦੇ ਅੰਦਰ ਤਿਆਗ ਦਾ ਸਭ ਤੋਂ ਵੱਡਾ ਪ੍ਰਚਾਰ ਹੈ। ਕੋਈ ਬਹੁਤ ਵੱਡਾ ਗੁਰਦੁਆਰਾ ਬਣਾ ਲੈਣਾ, ਉੱਥੇ ਧਨ ਬਹੁਤ ਆ ਜਾਣਾ, ਪਰ ਉੱਥੇ ਕਿਸੇ ਖਾਣ ਵਾਲੇ ਨੂੰ ਪ੍ਰਸ਼ਾਦਾ ਨਾ ਹੋਵੇ ਤੇ ਉਹ ਗੁਰੂ ਘਰ ਦਾ ਫਾਇਦਾ ਕੀ? ਗੁਰੂ ਘਰ ਦੇ ਅੰਦਰ ਨਿਸ਼ਾਨ ਸਾਹਿਬ ਲੱਗਣ ਦਾ ਇੱਕੋ ਇੱਕ ਮੰਤਰ ਹੈ, ਬਈ ਨਿਸ਼ਾਨ ਸਾਹਿਬ ਲੱਗਿਆ ਤੇ ਭੁੱਖੇ ਨੂੰ ਪ੍ਰਸ਼ਾਦਾ ਮਿਲਣਾ ਤੇ ਆਏ ਗਏ ਯਾਤਰੂ ਨੂੰ ਰਾਤ ਰੁਕਣ ਨੂੰ ਥਾਂ ਮਿਲਣੀ। ਆਹ ਮਤਲਬ ਹੈ ਧਰਮਸਾਲ ਦਾ। ਸੋ ਗੁਰੂ ਘਰ ਦੇ ਅੰਦਰ ਤਾਂ ਤੀਰਥਾਂ ਦੇ ਕੋਲ ਬਣਦੇ ਸੀਗੇ ਵੀ ਇੱਥੇ ਇਸ਼ਨਾਨ ਪਾਣ ਵਧੀਆ ਹੋ ਜਾਵੇਗਾ, ਨਦੀ ਦੇ ਕੰਢੇ ਦੇ ਉੱਤੇ। ਗੋਇੰਦਵਾਲ ਸਾਹਿਬ ਬਿਆਸਾ ਕੰਢੇ ਦੇ, ਹਜੂਰ ਸਾਹਿਬ ਗੋਦਾਵਰੀ ਦੇ ਕੰਢੇ ਦੇ, ਬਨਾਰਸ ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਉਹ ਗੰਗਾ ਦੇ ਕੰਢੇ ਤੇ, ਕਲਗੀਧਰ ਪਾਤਸ਼ਾਹ ਮਹਾਰਾਜ ਦਿੱਲੀ ਵਿਖੇ ਪਹੁੰਚੇ, ਯਮੁਨਾ ਦੇ ਕੰਢੇ ਤੇ ਗੁਰਦੁਆਰੇ ਬਣੇ ਹੋਏ ਨੇ। ਆਨੰਦਪੁਰ ਸਾਹਿਬ ਦੇਖ ਲਓ। ਸੋ ਇਸ ਪ੍ਰਕਾਰ ਸਾਰੇ ਹੀ ਜਿੰਨੇ ਸਥਾਨ ਨੇ ਉਹ ਗੁਰੂ ਘਰ ਦੇ ਅੰਦਰ ਨਦੀਆਂ ਦੇ ਕੋਲ ਤਾਂ ਹੀ ਬਣਾਏ ਜਾਂਦੇ ਸੀਗੇ ਬਈ ਜਿਹੜੇ ਆਉਣ ਵਾਲਿਆਂ ਨੂੰ ਪਾਣੀ ਦੀ ਦਿੱਕਤ ਨਾ ਆਵੇ, ਰਹਿਣ ਦੀ ਦਿੱਕਤ ਨਾ ਆਵੇ। ਸੋ ਰਹੋ ਵਿਚਾਰ, ਵਿਸ਼ਕਰਮਾ ਵੀ ਦੇਖ ਕੇ ਹੈਰਾਨ ਹੋ ਗਿਆ ਬਈ ਇੰਨੇ ਸ਼ੁੱਧ ਪਾਠੀ ਪਾਠ ਉਚਾਰਨ ਕਰ ਰਹੇ ਨੇ, ਵਾਤਾਵਰਣ ਦੇ ਅੰਦਰ ਸੁਗੰਧੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਕਰਕੇ 33 ਕਰੋੜ ਦੇਵੀ ਦੇਵਤੇ ਉਹ ਕੰਮ ਕਰ ਰਹੇ ਨੇ ਜੋ ਮੈਂ ਇਕੱਲਾ ਕਰਦਾ ਸੀ, ਤਾਂ ਕਰਕੇ ਤਲਵੰਡੀ ਦੀ ਸ਼ੋਭਾ ਜ਼ਿਆਦਾ ਹੈ। ਅਸਤਿਜ ਵਰਜ ਹੈ ਬਸੇ ਸੁਖਾਰੇ। ਤੇ ਇਸ ਪ੍ਰਕਾਰ ਜਦੋਂ ਸਾਰੀ ਮਰਿਆਦਾ ਹੋ ਰਹੀ ਸੀ ਉੱਤੇ ਤੇ ਵਿਸ਼ਕਰਮਾ ਜੀ ਨੇ ਦੇਖਿਆ ਪੰਡਤਾਂ ਨੂੰ ਸ਼ਬਦ ਉਚਾਰਨ ਕਰ ਰਹੇ ਨੇ, ਕਿਉਂਕਿ ਜਦੋਂ ਵੀ ਕੋਈ ਅਵਤਾਰ ਮਹਾਂਪੁਰਸ਼ ਜਨਮ ਲੈਂਦੇ ਨੇ ਹਰ ਬੰਦਾ ਆਪਣੀ ਆਪਣੀ ਸ਼ਰਧਾਂਜਲੀ ਦਿੰਦਾ, ਤੇ ਜਿਹੜੇ ਦਿੱਜ ਸੀਗੇ ਪੰਡਤ ਸੀ ਉਹ ਕਿਸ ਤਰ੍ਹਾਂ ਸ਼ਰਧਾਂਜਲੀ ਦੇ ਰਹੇ ਨੇ ਮੰਤਰ ਪੜ੍ਹ ਕੇ। ਛਤਰੀਆਂ ਦਾ ਧਰਮ ਕੀ ਸੀਗਾ? ਸ਼ਸਤਰ ਮੋਹਣੇ, ਵੈਸ਼ਾਂ ਦਾ ਕਿਰਤ ਕਰਨੀ, ਸ਼ੂਦਰਾਂ ਦਾ ਸੇਵਾ ਕਰਨੀ। ਪੰਡਤਾਂ ਦਾ ਬ੍ਰਾਹਮਣਾਂ ਦਾ ਧਰਮ ਕੀ ਹੈ? ਵੇਦ ਪੜ੍ਹਨੇ, ਪੜ੍ਹਾਉਣੇ, ਜਗ ਕਰਨੇ, ਜਗ ਕਰਾਉਣੇ, ਦਾਨ ਦੇਣਾ ਤੇ ਦਾਨ ਲੈਣਾ। ਖੱਟ ਕਰਮੀ ਜੋ ਬ੍ਰਾਹਮਣਾਂ ਦੇ ਧਰਮ ਨੇ, ਉਹ ਖੱਟੋ ਕਰਮ 6 ਦੇ 6 ਕਰਮ ਬ੍ਰਾਹਮਣ ਕਰ ਰਹੇ ਨੇ। ਛਤਰੀ ਧਰਮ ਯੁੱਧ ਹਿਤ ਧਾਰੇ। ਛਤਰੀ ਧਰਮ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਅਵਤਾਰ ਧਾਰਨ ਲੱਗੇ ਨੇ। ਕਲਗੀਧਰ ਪਾਤਸ਼ਾਹ ਨੇ ਲਿਖਿਆ ਆਪਣੀ ਰਚਨਾ ਤੋਂ, ਤਿੰਨ ਬੇਦੀਆਂ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜੈ ਤੈ ਭਈ ਸਹਾਇ। ਗੁਰੂ ਨਾਨਕ ਦੇਵ ਜੀ ਦਾ ਜਨਮ ਖੱਤਰੀਆਂ ਦੀ ਕੁਲ ਦੇ ਅੰਦਰ, ਬੇਦੀ ਕੁਲ ਦੇ ਅੰਦਰ ਹੋਇਆਗਾ। ਬਨਕਤ ਨੀਕ੍ਰਿਤ ਬਨ ਜਪਨੀਤਾ। ਇਸ ਪ੍ਰਕਾਰ ਬਾਣੀਆਂ ਨੇ, ਹੋਰ ਧਨਵਾਨ ਬੰਦਿਆਂ ਨੇ ਆਪਣੇ ਹਿਰਦੇ ਦੇ ਸ਼ੁਭ ਗੁਣ ਧਾਰਨ ਕਰ ਲਏ ਤੇ ਲੋਕਾਂ ਨੂੰ ਠੱਗੀ ਦਾ ਸੁਭਾਅ ਛੱਡ ਦਿੱਤਾ। ਬਾਤ ਕੁਸ਼ਲ ਬੇਦਨ ਪਥ ਪ੍ਰੀਤਾ। ਬਾਤ ਬਹੁਤ ਕੁਸ਼ਲ ਦੀ ਹੋ ਗਈ, ਸਾਰੇ ਤਲਵੰਡੀ ਨਗਰ ਦੇ ਅੰਦਰ ਕੁਸ਼ਲਤਾਈ ਹੋ ਗਈ, ਸੁਖ ਦਾ ਵਾਤਾਵਰਣ ਬਣ ਗਿਆ। ਸ਼ੂਦਰ ਸਬਦ ਕੀ ਸੇਵ ਕਰੇ। ਜਿਹੜੇ ਸ਼ੂਦਰ ਸੀਗੇ ਹੁਣ ਖੱਟ ਕਰਮੀ ਪੰਡਤ ਆਪਣੀ ਆਪਣੀ ਕਿਰਿਆ ਕਰਨ ਲੱਗ ਪਏ। ਸ਼ੂਦਰ ਜਿਹੜੇ ਸੀਗੇ ਉਹ ਸੇਵਾ 'ਚ ਲੱਗ ਪਏ, ਕਿਸੇ ਕਿਸੇ ਦੀ ਸੇਵਾ ਦੇ ਅੰਦਰ ਕਿਸੇ ਤੋਂ ਮਜ਼ਦੂਰੀ ਘੱਟ ਵੀ ਲੈ ਲੈਂਦੇ ਨੇ ਪਰ ਲੜਾਈ ਨਹੀਂ ਕਰਦੇ, ਕਿਸੇ ਤੋਂ ਕੋਈ ਮਜ਼ਦੂਰੀ ਵੱਧ ਵੀ ਦੇ ਦਿੰਦਾ ਤੇ ਵਾਪਸ ਕਰ ਦਿੰਦੇ ਨੇ। ਜਿਹੜੇ 6 ਕਰਮੀ ਪੰਡਤ ਨੇ ਉਹ ਵੀ ਕਿਰਿਆ ਕਰਨ ਲੱਗ ਪਏ, ਸ਼ੂਦਰ ਵੀ ਆਪਣੀ ਆਪਣੀ ਕਿਰਿਆ ਵਿੱਚ ਦ੍ਰਿੜ ਹੋ ਗਏ। ਨਿਪੁਨ ਕਾਰ ਨਿਜ ਨਿਜ ਮੈਂ ਤੇ ਜਿੰਨੇ ਵੀ ਨਿਰਪਨ ਸੀਗੇ ਉਹ ਨਗਰ ਦੇ ਅੰਦਰ ਜੋ ਚੌਧਰੀ ਸੀਗੇ ਉਹਦੇ ਅੰਦਰੋਂ ਰਾਏ ਬੁਲਾਰ ਮੁਖ ਸੀਗਾ। ਜੋ ਨਿਰਪਨ ਸੀਗੇ ਕਾਰ ਨਿਜ ਨਿਜ ਮੈਂ ਤੇ ਉਹ ਆਪਣੀ ਆਪਣੀ ਕਾਜ ਵਧੀਆ ਤਰ੍ਹਾਂ ਕਰਦੇ ਨੇ। ਨਰ ਅਰੋਗਤਾ ਯੁੱਧ ਕੁਸ਼ਲਤਾ ਕੁਸ਼ਲਤਾ। ਤੇ ਨਰ ਜਿਹੜੇ ਨੇ ਬਹੁਤ ਯੋਗ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਜਸ ਗਾ ਰਹੇ ਨੇ।
ਵੈਦਕ ਪਠੈ ਹੇਤ ਸਭ ਗਿਆਤਾ। ਵੈਦਿਕ ਰੀਤੀ ਕਰਦੇ ਨੇ, ਪੂਜਾ ਅਰਚਾ ਦਾਨ ਮੰਤਰ ਪੜ੍ਹਨੇ ਹੋਮ ਯੱਗ ਕਰਨੇ। ਗੁਰੂ ਨਾਨਕ ਦੇਵ ਦੇ ਅਵਤਾਰ ਤੋਂ ਪਹਿਲਾਂ ਸਭ ਆਪਣੀ ਆਪਣੀ ਕਿਰਿਆ ਕਰਦੇ ਨੇ। ਖਾਲਸਾ ਜੀ ਜਿਹੜੇ ਅਸੀਂ ਪਾਵਨ ਪਵਿੱਤਰ ਸਥਾਨ ਤੇ ਬੈਠੇ ਆ ਨਾ, ਇੱਥੇ ਕਦੀ 1923 ਦੇ ਅੰਦਰ ਦਮਦਮੀ ਟਕਸਾਲ ਦੇ 12ਵੇਂ ਮੁਖੀ ਬ੍ਰਹਮ ਗਿਆਨੀ ਤਤ ਬੇਤੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਥਾ ਕਰਦੇ ਸੀਗੇ। ਅੱਜ ਦਾਸ ਪਹਿਲੀ ਵਾਰੀ ਜਦੋਂ ਕਥਾ ਕਰਨ ਆਇਆ ਇੱਥੇ, ਵੈਸੇ ਕਈ ਵਾਰੀ ਪੋਥੀ ਦੀ ਸੇਵਾ ਕੀਤੀ ਹੈ ਪਰ ਕਥਾ ਦੀ ਸੇਵਾ ਨਹੀਂ ਕੀਤੀ, ਤੇ ਮੈਂ ਮਹਾਂਪੁਰਖਾਂ ਤੋਂ ਮਾਫੀ ਮੰਗੀ ਵੀ ਮਹਾਂਪੁਰਖਾਂ ਨੇ ਜਿਹੜੇ ਐਡੇ ਵੱਡੇ ਤਤ ਬੇਤੇ ਬ੍ਰਹਮ ਗਿਆਨੀ ਇਸ ਸਟੇਜਾਂ ਦੇ ਕਥਾ ਕਰਦੇ ਰਹੇ ਨੇ, ਵੀ ਅਸੀਂ ਤੇ ਉਹਨਾਂ ਦੇ ਪੈਰ ਦੇ ਨੋਹ ਦੇ ਬਰਾਬਰ ਵੀ ਨਹੀਂ, ਅਸੀਂ ਕਿਵੇਂ ਜਸ ਕਰਾਂਗੇ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਅਰਦਾਸ ਕੀਤੀ, ਮਹਾਰਾਜ ਵੀ ਤੁਸੀਂ ਗੁੰਗਿਆਂ ਤੋਂ ਲਾਠੀ ਰਖਾ ਕੇ ਜੇ ਪਾਠ ਕਰਾ ਸਕਦੇ ਹੋ, ਸਾਨੂੰ ਤਾਂ ਤੁਸੀਂ ਰਸਨਾ ਬਖਸ਼ਿਸ਼ ਕੀਤੀ, ਆਪਣਾ ਜਸ ਕਰਾਓ। ਸੋ ਜਿਹੜੇ ਤਤ ਬੇਤੇ ਮਹਾਂਪੁਰਸ਼ਾਂ ਨੇ ਸਭ ਤੋਂ ਪਹਿਲੀ ਕਥਾ ਇਸ ਸਥਾਨ ਤੇ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ। 26 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਪੂਰੀਆਂ ਕੀਤੀਆਂ। ਉਸ ਦੀ ਸਭ ਤੋਂ ਪਹਿਲੀ ਕਥਾ 1923 ਦੇ ਅੰਦਰ ਇਸ ਸਥਾਨ ਤੇ ਕੀਤੀ ਸੀ, ਤੇ ਮਹਾਂਪੁਰਖ 40 ਦਿਨ ਇਸ ਸਥਾਨ ਤੇ ਆ ਕੇ ਰਹਿੰਦੇ ਰਹੇ। ਬਾਬਾ ਆਤਮਾ ਸਿੰਘ ਜੀ, ਅੱਜ ਇਹਨਾਂ ਦਾ ਹੁਣੇ ਪਿੱਛੇ ਵੀ ਅਖੰਡ ਕੀਰਤਨੀ ਪ੍ਰੇਮ ਵਾਲੇ ਸਿੰਘਾਂ ਨੇ ਦਿਨ ਮਨਾਇਆ। ਉਹਨਾਂ ਦਾ ਇੱਕ ਬਚਨ ਸੀਗਾ, ਸੰਤਾਂ ਨੇ ਦਾਸ ਨੇ ਵੀ ਸੁਣਿਆ, ਗਿਆਨੀ ਸ਼ੇਰ ਸਿੰਘ ਜੀ ਪਾਸੋਂ। ਉਹ ਕਹਿੰਦੇ ਵੀ ਭਾਈ ਰਣਧੀਰ ਸਿੰਘ ਜੀ ਕਹਿੰਦੇ ਸੀ ਵੀ ਜਿਹੜੇ ਬੰਦੇ ਭਜਨ ਸਿਮਰਨ ਕਰਦੇ ਨੇ ਨਾ, ਉਹਨਾਂ ਦੇ ਮੁਖ ਚੋਂ ਇੱਕ ਸੁਗੰਧੀ ਆਉਂਦੀ ਹੈ। ਬਾਬਾ ਆਤਮਾ ਸਿੰਘ ਜੀ ਨੇ ਬਚਨ ਸੁਣਾਇਆ ਸੀ, ਗਿਆਨੀ ਸ਼ੇਰ ਸਿੰਘ ਜੀ ਕਹਿੰਦੇ ਜਿਹੜੇ ਭਗਤੀ ਕਰਦੇ ਨੇ ਨਾ, ਉਹਨਾਂ ਦੇ ਮੁਖ ਚੋਂ ਇੱਕ ਸੁਗੰਧੀ ਆਉਂਦੀ ਹੈ ਹਮੇਸ਼ਾ ਹੀ। ਤੇ ਬਾਬਾ ਆਤਮਾ ਸਿੰਘ ਜੀ ਪੰਜੋਖਰੇ ਨਗਰ ਦੇ ਅੰਦਰ ਸੀਗੇ, ਤੇ ਉਹਨਾਂ ਨੂੰ ਨਾ ਉਹ ਸੁਗੰਧੀ ਆ ਗਈ ਜਦੋਂ ਨਗਰ ਦੇ ਅੰਦਰ ਸੀਗੇ। ਤੇ ਬਾਬਾ ਆਤਮਾ ਸਿੰਘ ਨੇ ਦਰਵਾਜ਼ਾ ਖੋਲਿਆ ਵੀ ਭਾਈ ਰਣਧੀਰ ਸਿੰਘ ਤਾਂ ਨਹੀਂ ਬਾਹਰ ਆ ਗਏ। ਸ਼ਾਮ ਦਾ ਸਮਾਂ ਸੀ। ਬਾਬਾ ਆਤਮਾ ਸਿੰਘ ਜੀ ਬਾਹਰ ਨੂੰ ਨਿਕਲ ਪਏ, ਕਾਫੀ ਦੂਰ ਚਲਦੇ ਗਏ, 30 ਕਿਲੋਮੀਟਰ 2 ਕਿਲੋਮੀਟਰ, ਜਿੱਧਰ ਦਾ ਸੁਗੰਧੀ ਆਂਦੀ ਗਈ ਬਾਬਾ ਆਤਮਾ ਸਿੰਘ ਜੀ ਨਾਲ ਨਾਲ ਜਾਂਦੇ ਰਹੇ। ਜਦੋਂ ਉਹ ਸੁਗੰਧੀ ਨੂੰ ਸੂੰਘਦੇ ਬਹੁਤ ਲੰਬਾ ਪੈਂਡਾ ਤੈਅ ਕਰ ਗਏ ਨਾ, ਤੇ ਉੱਥੇ ਆ ਕੇ ਬਿਲਕੁਲ ਉਸ ਦਰਵਾਜ਼ੇ ਦੇ ਅੱਗੇ ਸੁਗੰਧੀ ਆਣੀ ਬੰਦ ਹੋ ਗਈ। ਤੇ ਬਾਬਾ ਆਤਮਾ ਸਿੰਘ ਜੀ ਨੇ ਬੂਹਾ ਖੋਲ ਲਿਆ, ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅੱਗੋਂ ਖੜੇ ਸੀਗੇ ਬਾਣਾ ਪਾ ਕੇ ਸ਼ਸਤਰਧਾਰੀ, ਤੇ ਕਿਹਾ ਵੀ ਸਾਨੂੰ ਪਾਠੀ ਸਿੰਘ ਦੀ ਲੋੜ ਸੀਗੀ, 10ਵੇਂ ਪਾਤਸ਼ਾਹ ਨੇ ਤੈਨੂੰ ਭੇਜ ਦਿੱਤਾ। ਸੋ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਐਸੇ ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਸ਼ ਇਸ ਸਟੇਜਾਂ ਦੇ ਕਥਾ ਕਰਦੇ ਰਹੇ ਨੇ। ਸਾਡੀ ਸਾਰੀ ਸੰਗਤ ਦੇ ਬਹੁਤ ਵੱਡੇ ਭਾਗ ਨੇ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਚਰਨ ਪਾਏ, ਉਪਰੰਤ ਐਡੇ ਵੱਡੇ ਮਹਾਂਪੁਰਖਾਂ ਦੇ ਚਰਨ ਸਥਾਨਾਂ ਦੇ ਪਏ, ਤੇ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਦੇ ਉੱਤੇ ਉਹ ਨੈਟ ਤੇ ਕਥਾ ਵੀ ਪਈਆਂ ਨੇ। gurmatvichar.com ਤੁਸੀਂ ਖੋਲੋਗੇ ਨਾ, ਤੇ ਉਹ ਪੰਜੋਖਰਾ ਸਾਹਿਬ ਦੀ ਕਥਾ ਵੀ ਪਈ ਹੈ। ਸੰਤ ਗੁਰਬਚਨ ਸਿੰਘ ਜੀ ਬੋਲ ਰਹੇ ਨੇ ਵੀ ਪੰਜੋਖਰਾ ਸਾਹਿਬ ਸਥਾਨ ਦਾ ਪੂਰਾ ਇਤਿਹਾਸ ਸੁਣਾਉਂਦੇ ਨੇ। ਆ ਜਿਹੜਾ ਥੰਮਲੇ ਦੇ ਉੱਤੇ ਕਾਲੇ ਪੱਥਰ ਤੇ ਇਤਿਹਾਸ ਲਿਖਿਆ ਨਾ, ਇਸ ਦੇ ਸਭ ਤੋਂ ਥੱਲੇ ਪੰਕਤੀ ਲਿਖੀ ਹੋਈ ਹੈ ਵੀ ਇਹ ਪਾਵਨ ਪਵਿੱਤਰ ਇਤਿਹਾਸ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਲਿਖਾਇਆ। ਤੇ ਉਹ ਹਸਤ ਲਿਖਤ ਇਤਿਹਾਸ ਲਿਖ ਕੇ ਸਥਾਨ ਤੇ ਦੇ ਕੇ ਗਏ ਸੀਗੇ। ਉਹ ਹਸਤ ਲਿਖਤ ਜਿਹੜਾ ਇਤਿਹਾਸ ਹੈ, ਉਹ ਫੇਰ ਬਾਬਾ ਹਰਨਾਮ ਸਿੰਘ ਜੀ ਜੋ ਹੁਣ ਮੁਖੀ ਨੇ ਦਮਦਮੀ ਟਕਸਾਲ ਦੇ, ਉਹਨਾਂ ਨੇ ਪੂਰਾ ਐਜ਼ ਇਟ ਇਜ਼ ਲਿਖ ਕੇ ਇਹ ਪੱਥਰ ਦੇ ਉੱਤੇ ਲਿਖਵਾਇਆ ਸੀ। ਸੋ ਇਸ ਸਥਾਨ ਦੀ ਬੜੀ ਮਹਾਨ ਮਾਤਮਤਾ ਹੈ। ਅੱਜ ਕੋਈ ਲੋਕ ਮੰਨਦੇ ਨੇ ਵੀ ਕਰਾਮਾਤ ਨਹੀਂ, ਅਸੀਂ ਦੇਖਿਆ ਹੀ ਹੈ। ਸਿੰਘ ਸਾਹਿਬ ਬਾਬਾ ਬੁੱਢਾ ਸਿੰਘ ਜੀ ਇੱਥੇ ਗ੍ਰੰਥੀ ਰਹੇ ਨੇ। ਕਿੰਨੀ ਵਾਰੀ ਕੋ ਲੜਕੀ ਆਈ ਜਿਹੜੀ ਦੇਖ ਨਹੀਂ ਸਕਦੇ, ਬੋਲ ਨਹੀਂ ਸਕਦੇ, ਬੋਲਣ ਲੱਗ ਪਏ। ਬਾਬਾ ਰਾਮ ਸਿੰਘ ਜੀ ਕਰਨਾਲ ਵਾਲੇ, ਉਹਨਾਂ ਦਾ ਤੇ ਅਸੀਂ ਪ੍ਰਤੱਖ ਉਦਾਹਰਣ ਦੇਖਿਆ ਵੀ ਅਖੰਡ ਪਾਠ ਸਾਹਿਬ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਮੂੰਹ ਚ ਪਾਈ ਤੇ ਬੋਲਣ ਲੱਗ ਪਏ। ਕਿੰਨੇ ਹੀ ਵਿਅਕਤੀਆਂ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਸ ਸਥਾਨ ਤੇ ਤਾਰਿਆ, ਉਹ ਗੱਲ ਦੀ ਕੋਈ ਗਿਣਤੀ ਨਹੀਂ। ਸੋ ਉਹ ਪਾਵਨ ਪਵਿੱਤਰ ਹੁਣ ਕਥਾ ਅਸੀਂ ਸਰਵਣ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਅਵਤਾਰ ਦੀ। ਹਜੇ ਕਥਾ ਦੇ ਅੰਦਰ ਰਸ ਹੋਰ ਬਣਾ ਰਹੇ ਨੇ ਕਵੀਰਾਜ ਭਾਈ ਸੰਤੋਖ ਸਿੰਘ ਜੀ। ਕਈ ਕਹਿੰਦੇ ਜੀ ਇਹ ਕਥਾ ਸਾਨੂੰ ਸਮਝ ਨਹੀਂ ਆਉਂਦੀ, ਬੋਰ ਲੱਗਦੀ ਹੈ। ਖਾਲਸਾ ਜੀ ਇਹ ਜਿਹੜੀ ਕਥਾ ਹੈ ਨਾ, ਇਹ ਅਧਿਆਤਮਕ ਮੰਡਲ ਦੀ ਹੈ। ਜਿੰਨਾ ਤੁਸੀਂ ਭਜਨ ਵਧਾਓਗੇ ਉਨੀ ਤੁਹਾਨੂੰ ਗੱਲ ਸਮਝ ਆਵੇਗੀ। ਕੋਈ ਕਹਿੰਦਾ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਵੀ 33 ਕਰੋੜ ਦੇਵੀ ਦੇਵਤੇ ਨਨਕਾਣਾ ਸਾਹਿਬ ਦੇ ਆਸ-ਪਾਸ ਵਿਉਤਬੰਦੀ ਕਰ ਰਹੇ ਨੇ। ਖਾਲਸਾ ਜੀ ਸਾਡੀ ਅੱਜ ਜੋ ਉਡਾਰੀ ਹੈ, ਅਸੀਂ ਤਾਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ,
ਤੇ ਰੀਸਾਂ ਕਰੈ ਤੇ ਨਾੜੀਆਂ ਜੋ ਸੇਵੈ ਦਰ ਖੜੀਆਂ। ਤੇ ਉਹ ਕਵੀਰਾਜ ਭਾਈ ਸੰਤੋਖ ਸਿੰਘ ਜੀ ਜੋ 10ਵੇਂ ਪਾਤਸ਼ਾਹ ਦੇ ਦਰ ਦੇ ਉੱਤੇ ਕਵੀ ਨੇ, ਜਿਨ੍ਹਾਂ ਨੇ ਜਸ ਲਿਖਿਆ 10 ਪਾਤਸ਼ਾਹੀਆਂ ਦਾ, ਉਹਨਾਂ ਦੇ ਜੋ ਅਧਿਆਤਮਕ ਮੰਡਲ ਦੀ ਗੱਲ ਸਾਨੂੰ ਕਿਤੇ ਸਮਝ ਆ ਜਾਵੇ। ਉਸ ਨੂੰ ਸਮਝਣ ਦੇ ਲਈ ਸਮਾਂ ਚਾਹੀਦਾ ਹੈ, ਭਜਨ ਚਾਹੀਦਾ ਹੈ, ਗੁਰੂ ਦੀ ਕਿਰਪਾ ਚਾਹੀਦੀ ਹੈ। ਸੋ ਇੰਨਾ ਸੌਖਾ ਨਹੀਂ। ਅਸੀਂ ਆਪਣੀ ਬੁੱਧੀ ਨਾ ਲਗਾਈਏ, ਜਿੰਨੀ ਗੱਲ ਸਮਝ ਆ ਰਹੀ ਹੈ ਉਹ ਸਮਝ ਲਈਏ, ਬਾਕੀ ਗੁਰੂ ਨੂੰ ਅਰਦਾਸ ਕਰੀਏ, ਮਹਾਰਾਜ ਕਿ ਤੁਹਾਡਾ ਜਿਹੜਾ ਜਸ ਹੈ ਉਹ ਸਾਡੇ ਸਮਝ ਤੋਂ ਤੇ ਪਰੇ ਹੈ, ਪਰ ਤੁਸੀਂ ਕਿਰਪਾ ਕਰਕੇ ਸਾਨੂੰ ਸਮਝਾ ਦਿਓ। ਸੋ ਸਾਰੀ ਸੰਗਤ ਦਾ ਧੰਨਵਾਦ, ਭਾਈ ਸਤਨਾਮ ਸਿੰਘ ਜੀ ਹੋਣਾ ਦਾ, ਭਾਈ ਕਮਲਜੀਤ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਦਾਸ ਨੂੰ ਹੁਕਮ ਲਾਇਆ ਤੇ ਹਾਜ਼ਰੀ ਭਰੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਕਥਾ ਦੀ ਸਮਾਪਤੀ ਹੈ। ਵੇਦੀ ਬੰਸ ਬਸੈ ਤਨ ਧਾਰੀ, ਯੁੱਧ ਵੇਦ ਕਾ ਜਿਨਹ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ